कि साडा एक बारी कुटापा हो चुका, हुण मार नहीं खानी, हुण तलवारां निकल आउंगी। ये डेंजरस चीज़ है। ਇਹ ਸਿੱਖਾਂ ਦੇ ਮਨ 'ਚ ਇਹ ਪਿਆ ਗਾ कि मार नहीं खानी। सिख इतने उची उची बोलते भी नहीं सी कि असीं हिंदू नहीं हैं, हुण बड़ा क्लीयरली बोलते हैं। और किसी की मजाल नहीं कोई अमृतसर जाके कॉन्ट्रडिक्ट करे। बड़े बड़े लीडर कोई नहीं बोल सकता जाके कि तुसीं भी हिंदू हो। मैं क्या अमृतसर जाके बोलो कि हम सब हिंदू हैं? नहीं बोल सकता। सिखा की अपनी आइडेंटिटी है। ਸੰਤ ਭਿੰਡਰਾਂ ਵਾਲਿਆਂ ਨੂੰ ਤੁਸੀਂ ਐਜ਼ ਏ ਕਿਰਦਾਰ ਕਿਵੇਂ ਦੇਖਦੇ ਹੋਗੇ, ਇਤਿਹਾਸ 'ਚ ਵੀ ਤੇ ਜਾਂ ਤੁਹਾਡਾ ਉਦੋਂ ਵੀ ਤੁਸੀਂ ਦੇਖ ਰਹੇ ਹੋਵੋਗੇ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਇੰਦਰਾ ਨੂੰ ਪਤਾ ਸੀ ਕਿ ਹੁਣ ਸਿੱਖਾਂ ਨੇ ਉਹਨੂੰ ਛੱਡਣਾ ਨਹੀਂ, ਉਹ ਮਾਰਨਗੇ ਹੀ ਮਾਰਨ। ਸਭ ਤੋਂ ਵੱਡੀ ਗਲਤੀ ਕੀ ਸੀ ਇੰਦਰਾ ਦੀ? ਜੋ ਅੰਦਰੋਂ ਖਬਰ ਆਉਂਦੀ ਸੀ ਉਹ ਇਹੀ ਸੀ ਕਿ ਸੰਤ ਗੱਲਬਾਤ ਕਰਨ ਨੂੰ ਤਿਆਰ ਸੀ, ਬਜਾਏ ਗਿਆਨੀ ਨੂੰ ਉੱਥੇ ਦਿੱਲੀ ਲਿਆਉਣ ਦੇ, ਜੇ ਪੰਜਾਬ 'ਚ ਹੀ ਰੱਖਦੇ ਔਰ ਦਰਬਾਰਾ ਸਿੰਘ ਨੂੰ ਦਿੱਲੀ ਲੈ ਆਉਂਦੇ ਤਾਂ ਸ਼ਾਇਦ ਕੁਛ ਪੰਜਾਬ ਕੰਟਰੋਲ 'ਚ ਰਹਿੰਦਾ। ਮੈਂ ਡੋਵਾਲ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦਾ, ਉਹ ਕਦੀ ਵੀ ਗੱਲਬਾਤ ਦੇ ਖਿਲਾਫ ਨਹੀਂ ਹੋਏਗਾ ਅੰਦਰੋਂ ਦਿਲੋਂ। ਉਹਦੀਆਂ ਮਜਬੂਰੀਆਂ ਹੋਣ ਹੋਰ ਜ਼ਿਆਦਾ। ਇਹਨੂੰ ਟਾਲਿਆ ਜਾ ਸਕਦਾ ਸੀਗਾ ਜਾਂ ਇਹ ਹੋਣੇ ਸੀ? ਇਹ ਸਿੱਖ ਸਾਈਕੀ 'ਚੋਂ ਗੱਲ ਗਈ ਨਹੀਂ 84 ਵਾਰ। ਕਿ ਪੰਜਾਬ ਦੀ ਜਿਹੜੀ ਸਮੱਸਿਆ ਜਾਂ ਪੰਜਾਬ ਦੇ ਅੰਦਰ ਜੋ ਕੁਝ ਹੋ ਰਿਹਾ ਸੀ ਉਹਦੇ ਤੇ ਜਿਹੜੀ ਇੰਦਰਾ ਗਾਂਧੀ ਦੀ ਪੋਲਿਟਿਕਸ ਸੀ, ਉਹ ਪੋਲਰਾਈਜੇਸ਼ਨ ਦੀ ਪੋਲਿਟਿਕਸ ਸੀ। ਲੇਕਿਨ ਇਹ ਅਜੇ ਤੱਕ ਕੋਈ ਨਹੀਂ ਦੱਸ ਸਕਿਆ ਕਿ ਇੰਦਰਾ ਗਾਂਧੀ ਨੂੰ ਮਰਵਾਉਣ 'ਚ ਹੱਥ ਕਿਸ ਦਾ ਸੀ। ਇਹ ਸਿਰਫ ਬੇਅੰਤ ਸਿੰਘ ਔਰ ਸਤਵੰਤ ਸਿੰਘ ਦੀ ਕਹਾਣੀ ਤਾਂ ਨਹੀਂ ਹੋ ਸਕਦੀ। ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋ ਰਹੀਆਂ ਨੇ, ਅਸੀਂ ਫਿਰ ਖਾਲਿਸਤਾਨ ਦੀ ਗੱਲ ਕਿਉਂ ਨਾ ਕਰੀਏ? ਇਹ ਬੜੀ ਠੋਕ ਕੇ ਕਿਹਾ ਜਾਂਦਾ। ਪੰਜਾਬ ਇੱਕ ਬੜੀ ਸੈਂਸਿਟਿਵ ਸਟੇਟ ਹੈ, ਬਾਰਡਰ ਸਟੇਟ ਹੈ, ਉੱਥੇ ਫਜ਼ੂਲ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਲੂਜ਼ ਟਾਕ ਨਹੀਂ ਹੋਣੀ ਚਾਹੀਦੀ ਕਿ ਜੀ ਖਾਲਿਸਤਾਨੀ ਆ ਗਏ, ਜੀ ਖਾਲਿਸਤਾਨੀ ਉੱਧਰ ਹੈ, ਖਾਲਿਸਤਾਨੀ ਇੱਧਰ ਹੈ। ਮੈਨੂੰ ਤਾਂ ਕੋਈ ਦਿਖਦਾ ਨਹੀਂ ਖਾਲਿਸਤਾਨੀ। ਜਿੰਨਾ ਇੰਟਰਸਟ ਦੀਪ ਸੇਠ ਰਾਜੀਵ ਨੇ ਲਿਆ ਸੀ, ਹੋਰ ਕਿਸੇ ਪ੍ਰਧਾਨ ਮੰਤਰੀ ਨੂੰ ਨਹੀਂ ਲਿਆ। ਮੋਦੀ ਹੋਰੀ ਤਾਂ ਲੈਂਦੇ ਹੋਣਗੇ। ਹਾਂਜੀ, ਮੋਦੀ ਹਮੇਸ਼ਾ ਵੈਲਫੇਅਰ ਸਟੇਟ ਦਾ ਮਤਲਬ ਹੈ। ਤੁਹਾਨੂੰ ਲੱਗਦਾ ਕਦੇ ਐਂ ਹੋਊਗਾ ਜਿੱਥੇ ਕਿਸੇ ਨੂੰ ਨਾ ਲੱਗੇ ਕਿ ਮੇਰੇ ਨਾਲ ਕੋਈ ਐਂ ਨਹੀਂ ਹੈ ਭੇਦਭਾਵ, ਨਾ ਕਿਸੇ ਨੂੰ ਕਲਰ ਬੇਸ 'ਤੇ ਲੱਗੇ, ਨਾ ਕਿਸੇ ਨੂੰ ਕਾਸਟ ਬੇਸ 'ਤੇ, ਨਾ ਕਿਸੇ ਨੂੰ ਭਾਸ਼ਾ ਦੇ ਬੇਸ 'ਤੇ, ਨਾ ਕਿਸੇ ਨੂੰ ਧਰਮ ਦੇ ਬੇਸ 'ਤੇ? ਜਿਹੜਾ ਇਹ ਸਾਰੇ ਪੰਗੇ ਖੜੇ ਹੁੰਦੇ ਨੇ ਇਸੇ ਕਰਕੇ ਹੋਏ ਨੇ ਨਾ। ਬੰਦੇ ਨੂੰ ਲੱਗਦਾ ਸਾਡੇ ਨਾਲ ਬੇਗਾਨਗੀ ਦਾ ਅਹਿਸਾਸ ਆ ਨਾ। ਫੇਅਰ ਸਟੇਟ ਤਾਂ ਮੇਰੇ ਖਿਆਲ ਹੈ ਉਹ ਹੋ ਜਾਏਗੀ, ਹੋਣੀ ਚਾਹੀਦੀ ਹੈ। ਉਹ ਜਿਹੜੀ ਆਈਡੀਅਲ ਸਟੇਟ ਤੁਸੀਂ ਸੋਚ ਰਹੇ ਹੋ ਨਾ, ਉਹ ਸ਼ਾਇਦ ਮੁਸ਼ਕਿਲ ਹੀ ਹੋਵੇ ਇਸ ਮੁਲਕ 'ਚ, ਕਿਉਂਕਿ ਇੰਨਾ ਵੱਡਾ ਮੁਲਕ ਹੈ। ਔਰ ਹੁਣ ਤੁਸੀਂ ਕਹਿ ਰਹੇ ਹੋ ਹਿੰਦੂ ਰਾਸ਼ਟਰ ਬਣਾਉਣਾ ਹੈ, ਤਾਂ ਹਿੰਦੂ ਰਾਸ਼ਟਰ ਤਾਂ ਹੈ ਹੀ ਸੀ। ਹਿੰਦੂ ਰਾਸ਼ਟਰ ਦੀ ਕੀ ਕਮੀ ਕੀ ਸੀ? ਪਰ ਇਹ ਤਾਂ ਕਹਿ ਜਾਂਦਾ ਹਿੰਦੂ ਖਤਰੇ 'ਚ ਆ। ਉਹੀ ਮੈਂ ਕਹਿ ਰਿਹਾ ਸੀ, ਕੋਈ ਖਤਰਾ ਕਿੱਥੋਂ ਖਤਰਾ ਹੈ, ਕਿਸ ਚੀਜ਼ ਤੋਂ ਖਤਰਾ ਹੈ? ਗੱਲਬਾਤ ਬਹੁਤ ਜ਼ਰੂਰੀ ਹੈ। ਹੁਣ ਸਾਡੀ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਨਹੀਂ ਹੁੰਦੀ। ਮੈਂ ਸਮਝਦਾ ਇੱਕ ਨਾ ਇੱਕ ਦਿਨ ਉਹ ਵੀ ਜ਼ਰੂਰੀ ਹੋਏਗੀ, ਚੀਨ ਨਾਲ ਜ਼ਰੂਰੀ ਹੋਏਗੀ। ਇਤਿਹਾਸ ਬਾਰੇ ਆਧੁਨਿਕ ਕਾਲ 'ਚ ਦੋ ਧਾਰਨਾਵਾਂ ਨੇ। ਇੱਕ ਧਾਰਨਾ ਇਹ ਆ ਕਿ ਬੰਦੇ ਤੇ ਕੌਮਾਂ ਨੂੰ ਪਾਸਟ 'ਚ ਬਹੁਤਾ ਨਹੀਂ ਫਸੇ ਰਹਿਣਾ ਚਾਹੀਦਾ। ਦੂਜੀ ਧਾਰਨਾ ਇਹ ਆ ਕਿ ਰੀਵਿਜ਼ਿਟਿੰਗ ਹਿਸਟਰੀ, ਇਤਿਹਾਸ ਨੂੰ ਰੀਵਿਜ਼ਿਟ ਕਰਦੇ ਰਹਿਣਾ ਚਾਹੀਦਾ, ਤਾਂ ਹੀ ਕੌਮਾਂ ਕਰੈਕਟ ਹੁੰਦੀਆਂ ਨੇ, ਤਾਂ ਹੀ ਬੰਦਾ ਕਰੈਕਟ ਹੁੰਦਾ ਹੈ। ਪਰ ਕੀ ਵਾਕਈ ਦੇਸ਼ ਤੇ ਪੰਜਾਬ ਪੋਲੀਟੀਕਲੀ ਕਰੈਕਟ ਹੋ ਜਾਏਗਾ? 84 ਦੇ ਗੇੜ 'ਚ ਪੰਜਾਬ ਅਜਿਹਾ ਫਸਿਆ ਕਿ ਪੰਜਾਬ ਦੇ ਅੰਦਰ ਬਹੁਤ ਸਾਰੀ ਰਾਜਨੀਤੀ ਹੋਈ ਜਿਹਦੇ ਨਾਲ ਨੁਕਸਾਨ ਹੋਇਆ ਬਹੁਤ ਸਾਰਾ। ਬਹੁਤ ਸਾਰੇ ਚਸ਼ਮਦੀਦੇ ਦੀਆਂ ਗਵਾਹੀਆਂ ਭਰਦੇ ਨੇ ਕਿ ਕਿਵੇਂ ਪੀੜਤਾਂ ਨੂੰ ਹੀ ਦੋਸ਼ੀ ਬਣਾ ਦਿੱਤਾ ਗਿਆ। ਬਹੁਤ ਸਾਰੇ ਮਾਹਰ ਵੀ ਇਹ 'ਤੇ ਗੱਲ ਕਰਦੇ ਨੇ, ਚਸ਼ਮਦੀਦ ਗੱਲ ਕਰਦੇ ਨੇ। ਸਾਡੇ ਨਾਲ ਅੱਜ ਰॉ ਦੇ ਉੱਘੇ ਅਧਿਕਾਰੀ ਰਹੇ AS ਦੁੱਲਟ ਨੇ, ਅਮਰਜੀਤ ਸਿੰਘ ਦੁੱਲਟ, ਜਿਹੜੇ ਕਸ਼ਮੀਰ 'ਚ ਲੰਬਾ ਸਮਾਂ ਤੈਨਾਤ ਰਹੇ,
ਜਿਹੜੇ ਕੰਧਾਰ ਹਾਈਜੈਕ ਦੇ ਟਾਈਮ ਵੀ ਅਹਿਮ ਭੂਮਿਕਾ ਨਿਭਾਉਣ ਵਾਲੇ ਸਨ, ਜਿਹੜੇ ਵਾਜਪਾਈ ਸਰਕਾਰ ਦੇ ਟਾਈਮ ਉਦੋਂ ਪਹਿਲੀਆਂ ਸਰਕਾਰਾਂ 'ਚ ਅਹਿਮ ਭੂਮਿਕਾ ਨਿਭਾਉਂਦੇ ਰਹੇ, ਜਿਨ੍ਹਾਂ ਨੂੰ ਅੰਦਰ ਦੀਆਂ ਗੱਲਾਂ ਪਤਾ ਹੁੰਦੀਆਂ ਨੇ, ਜਿਨ੍ਹਾਂ ਨੂੰ ਮੈਂ ਕਹਿਣਾ ਹੁੰਦਾ ਪਹਿਲਾਂ ਵੀ ਕਿ ਡੀਪ ਸਟੇਟ ਕੀ ਹੁੰਦੀ ਹੈ, ਜਿਹੜੇ ਡੀਪ ਸਟੇਟ ਰਹੇ ਨੇ ਕਦੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ 84 'ਚ ਕੀ ਹੋਇਆ, ਕੀ ਇਹ ਹੋਣਾ ਚਾਹੀਦਾ ਸੀ, ਕਿ ਇਹਨੂੰ ਟਾਲਿਆ ਜਾ ਸਕਦਾ ਸੀ। ਦੁੱਲ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਬਹੁਤ 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 ਧੰਨਵਾਦ ਤੁਹਾਡਾ ਯਾਦਵਿੰਦਰ ਜੀ। ਪਹਿਲਾ ਸਵਾਲ ਮੇਰਾ ਹੀ, ਕੀ ਲੱਗਦਾ ਤੁਹਾਨੂੰ ਅੱਜ ਇੰਨੇ ਸਾਲਾਂ ਬਾਅਦ, ਤੁਸੀਂ ਅਧਿਕਾਰੀ ਵੀ ਰਹੇ, ਦੇਸ਼ ਦੀ ਸਭ ਤੋਂ ਵੱਡੀ ਏਜੰਸੀ 'ਚ ਤੁਸੀਂ ਕੰਮ ਕੀਤਾ, ਉਹਦੇ ਉੱਚ ਅਹੁਦੇ ਤੇ ਰਹੇ, ਕੀ ਸੀ 84, ਕੀ ਇਹਨੂੰ ਟਾਲਿਆ ਜਾ ਸਕਦਾ ਸੀਗਾ ਜਾਂ ਇਹ ਹੋਣਾ ਹੀ ਸੀਗਾ? ਇਹ ਹੋਣਾ ਹੀ ਸੀ, ਪਰ ਇਹਨੂੰ ਟਾਲਿਆ ਵੀ ਜਾ ਸਕਦਾ ਸੀ, ਕਿਉਂਕਿ ਇਹ ਗੱਲ 84 ਤੋਂ ਨਹੀਂ ਹੈ ਸ਼ੁਰੂ ਹੁੰਦੀ ਹੈ। ਗੱਲ ਸ਼ੁਰੂ ਹੁੰਦੀ ਹੈ ਕਮ ਸੇ ਕਮ ਅਸੀਂ 80 ਤੋਂ ਲਈਏ ਤਾਂ, ਜਦ ਇੰਦਰਾ ਗਾਂਧੀ ਵਾਪਸ ਆਈ ਪ੍ਰਾਈਮ ਮਿਨਿਸਟਰ ਬਣ ਕੇ ਦੂਜੀ ਵਾਰ, ਇਹਦੇ 'ਚ ਇੱਕ ਬੜਾ ਬਦਲਾਅ ਸੀ ਉਸ ਇੰਦਰਾ ਵਿੱਚ, ਕਿਉਂਕਿ ਜਿਹੜੀ ਪਹਿਲੀ ਇੰਦਰਾ ਸੀ, ਕੀ ਕਹਿੰਦੇ ਇਮਰਜੈਂਸੀ ਤੱਕ, ਉਹਨੇ ਸਭ ਕੁਝ ਠੀਕ ਹੀ ਕੀਤਾ ਪਹਿਲੇ 6-7-8 ਸਾਲ ਜਿੰਨੇ ਵੀ ਸੀ। ਔਰ ਉਹ ਅਕਸਰ ਉਹਦੇ ਨਾਲ ਸੀ, ਪੀਐਨ ਹਕਸਰ ਕਸ਼ਮੀਰੀ ਪ੍ਰਿੰਸੀਪਲ ਸੈਕਟਰੀ ਸੀ, ਔਰ ਉਹ ਲੈਫਟਿਸਟ ਸੀ। ਉਹਨੇ ਠੀਕ ਰਾਹ 'ਤੇ ਹੀ ਚਲਾਇਆ, ਬਲਕਿ ਲੋਕ ਭੁੱਲ ਜਾਂਦੇ ਨੇ ਕਿ ਮੇਰੇ ਖਿਆਲ ਹੈ 71 ਦੀ ਗੱਲ ਹੈ ਕਿ ਇੰਦਰਾ ਗਾਂਧੀ ਨੇ RSS 'ਤੇ ਵੀ ਬੈਨ ਲਾਇਆ ਸੀ ਉਦੋਂ। ਉਹ ਕਹਾਣੀ ਫਿਰ ਇੱਕ ਤਰ੍ਹਾਂ ਆ ਕੇ ਇੱਥੇ ਐਮਰਜੈਂਸੀ 'ਚ ਹਾਲਟ ਹੋ ਜਾਂਦੀ ਹੈ, ਔਰ ਉਹਦੇ ਬਾਅਦ ਫਿਰ ਸੰਜੇ ਦਾ ਇਨਫਲੂਐਂਸ ਆਉਂਦਾ, ਕਿਉਂਕਿ ਇਹ ਇਕੱਲੀ ਰਹਿ ਜਾਂਦੀ ਹੈ ਔਰ ਫਿਰ ਥੋੜ੍ਹਾ ਜਿਹਾ ਉਸ 'ਤੇ ਜ਼ਿਆਦਾ ਡਿਪੈਂਡ ਕਰਦੀ ਹੈ ਛੋਟੇ ਮੁੰਡੇ 'ਤੇ। ਹੁਣ ਉਹਦਾ ਤੌਰ ਤਰੀਕਾ ਹੋਰ ਸੀ, ਉਹਨੇ ਕੁਝ ਜ਼ਬਰਦਸਤੀਆਂ ਵੀ ਕੀਤੀਆਂ, ਕੁਝ ਲੋਕਾਂ ਨੂੰ ਕੱਢਿਆ, ਕੁਝ ਲੋਕਾਂ ਨੂੰ ਲਿਆਇਆ, ਜੋ ਵੀ ਕੀਤਾ। ਪਰ ਬਦਕਿਸਮਤੀ ਇਹ ਹੋਈ ਕਿ ਜਿਸ 'ਤੇ ਇੰਦਰਾ ਪੂਰਾ ਰਿਲਾਈ ਕਰ ਰਹੀ ਸੀ, ਉਹੀ ਐਕਸੀਡੈਂਟ 'ਚ ਗੁਜ਼ਰ ਗਿਆ। ਤਾਂ ਉਹਦੇ ਬਾਅਦ ਮੈਂ ਸਮਝਦਾ ਕਿ ਇੰਦਰਾ ਗਾਂਧੀ ਨੂੰ ਬੜੀ ਚੋਟ ਲੱਗੀ ਦਿਲ 'ਚ, ਔਰ ਉਸ ਤੋਂ ਕਦੀ ਰਿਕਵਰ ਕਰ ਨਹੀਂ ਸਕੀ। ਫਿਰ ਇੱਕ ਦੇ ਬਾਅਦ ਇੱਕ ਗਲਤੀਆਂ ਹੁੰਦੀਆਂ ਹੀ ਰਹੀਆਂ, ਔਰ ਉਹਦੇ ਆਸ-ਪਾਸ ਵੀ ਜਿਹੜੇ ਬੰਦੇ ਸੀ, ਉਹਨਾਂ ਨੇ ਕੋਈ ਚੰਗੀ ਕਿਸਮ ਦੀ ਕੋਈ ਐਡਵਾਈਸ ਨਹੀਂ ਦਿੱਤੀ। ਸਭ ਤੋਂ ਵੱਡੀ ਗਲਤੀ ਕੀ ਸੀ ਇੰਦਰਾ ਦੀ? ਸਭ ਤੋਂ ਵੱਡੀ ਗਲਤੀ ਇਹੀ ਸੀ ਕਿ ਉਹ ਜਿਹੜਾ ਕੌਨਫੀਡੈਂਸ ਸੀ ਨਾ ਪੁਰਾਣਾ, ਉਹ ਖਤਮ ਹੋ ਗਿਆ। ਰਿਲਾਇੰਸ ਹੋਈ ਇਸ 'ਤੇ, ਪਹਿਲੇ ਮੁੰਡੇ 'ਤੇ, ਸੰਜੇ 'ਤੇ, ਫਿਰ ਇਹ ਜਿਹੜੇ ਇਰਦ ਗਿਰਦ ਬੰਦੇ ਸੀ ਇਹਨਾਂ 'ਤੇ, ਔਰ ਇਹਨਾਂ ਨੇ ਨਵੀਂ ਕਹਾਣੀ ਸ਼ੁਰੂ ਕਰ ਦਿੱਤੀ ਕਿ ਕਾਂਗਰਸ, ਜੋ ਮੈਂ ਸਮਝਦਾ, ਕਿਉਂਕਿ ਤੁਸੀਂ ਹਿਸਟਰੀ ਦੀ ਗੱਲ ਕਰਦੇ ਹੋ, ਅਤੇ ਕਿ ਕਾਂਗਰਸ ਇਹ ਜਿਹੜੇ ਹੈ ਆਪਣੇ ਬੈਕਵਰਡ ਕਲਾਸਿਸ, ਸ਼ੈਡਿਊਲਡ ਕਾਸਟ, ਸ਼ੈਡਿਊਲਡ ਟਰਾਈਬਸ, ਮਾਈਨੋਰਿਟੀ, ਇਹ ਤਾਂ ਸਾਡੇ ਨਾਲ ਹੈ ਨਹੀਂ। ਵੋਟ ਦੀ ਕਮੀ ਅਗਰ ਪੈਂਦੀ ਹੈ ਤਾਂ ਜਾ ਕੇ ਬਾਹਮਣਾਂ 'ਚ ਪੈਂਦੀ ਹੈ, ਜਾਂ ਰਾਜਪੂਤਾਂ ਤੋਂ ਠਾਕਰ ਨਹੀਂ ਸਾਡੇ ਨਾਲ, ਜਾਂ ਬਾਹਮਣ ਨਹੀਂ ਸਾਡੇ ਨਾਲ। ਉਸ ਲਾਈਨ 'ਤੇ ਫਿਰ ਗੱਲ ਸ਼ੁਰੂ ਹੋ ਜਾਂਦੀ ਹੈ, ਔਰ ਉਹ ਮੈਂ ਸਮਝਦਾ ਕਾਂਗਰਸ ਦਾ ਡਿਕਲਾਈਨ ਉੱਥੋਂ ਹੀ ਸ਼ੁਰੂ ਹੁੰਦਾ। ਕਿ ਪੰਜਾਬ ਦੀ ਜਿਹੜੀ ਸਮੱਸਿਆ ਜਾਂ ਪੰਜਾਬ ਦੇ ਅੰਦਰ ਜੋ ਕੁਝ ਹੋ ਰਿਹਾ ਸੀ, ਉਹਦੇ 'ਤੇ ਜਿਹੜੀ ਇੰਦਰਾ ਗਾਂਧੀ ਦੀ ਪੋਲੀਟਿਕਸ ਸੀ, ਉਹ ਪੋਲਰਾਈਜੇਸ਼ਨ ਦੀ ਪੋਲੀਟਿਕਸ ਸੀ। ਸ਼ਾਇਦ ਉਹ ਥੋੜ੍ਹੇ ਜਿਹੇ ਸਿੱਖਾਂ ਨੂੰ, 2% ਸਿੱਖਾਂ ਨੂੰ ਟਾਰਗੇਟ ਕਰਕੇ ਜਿਹੜੀ ਕਹਿੰਦਾ ਕਲੈਕਟਿਵ ਸਾਈਕੀ ਦੇ ਨਾਲ ਖੇਡਣਾ ਚਾਹੁੰਦੀ ਸੀ ਹਿੰਦੂਆਂ ਦੀ ਨਾਲ। ਦੇਖੋ ਜੀ, ਗੱਲ ਇਹ ਹੈ ਕਿ ਜੋ ਨੈਰੇਟਿਵ ਹੈ, ਜੋ ਕਹਾਣੀ ਬਣਦੀ ਹੈ, ਨਿਕਲਦੀ ਹੈ, ਉਹ ਇਹ ਹੈ ਕਿ ਬਈ ਸੰਤ ਭਿੰਡਰਾਂਵਾਲੇ ਤਾਂ ਇਹਨਾਂ ਦੀ ਕ੍ਰੀਏਸ਼ਨ ਸੀ, ਸੰਜੇ ਔਰ ਗਿਆਨੀ ਜੀ ਦੀ ਮਿਲ ਕੇ, ਤਾਂ ਸੀ ਤਾਂ ਫਿਰ ਉਹਦੇ ਨਾਲ ਫਿਰ ਮਤਲਬ ਹੈ ਜੋ ਵੀ ਹੈ ਉਹਨੂੰ ਤੁਸੀਂ ਬਣਾਇਆ। ਕਈ ਲੋਕ ਕਹਿੰਦੇ ਫਰੈਂਕਨਸਟੀਨ ਬਣਾਇਆ, ਜੋ ਵੀ ਬਣਾਇਆ, ਪਰ ਉਹਦੇ 'ਚ ਦੇਖੋ ਸੋਚਣ ਵਾਲੀ ਗੱਲ ਇਹ ਹੈ ਕਿ ਅਖੀਰ ਤੱਕ ਜੋ ਅੰਦਰੋਂ ਖਬਰ ਆਉਂਦੀ ਸੀ ਉਹ ਇਹੀ ਸੀ ਕਿ ਸੰਤ ਗੱਲਬਾਤ ਕਰਨ ਨੂੰ ਤਿਆਰ ਸੀ ਅਖੀਰ ਵਕਤ ਤੱਕ, ਔਰ ਟਾਕਸ ਹੋਈਆਂ ਵੀ,
ਸਰਦਾਰ ਸਵਰਨ ਸਿੰਘ ਗਏ, ਅਕਾਲੀਆਂ ਨਾਲ ਗੱਲ ਹੋਈ, ਪਤਾ ਨਹੀਂ ਸੰਤ ਜੀ ਨਾਲ ਹੋਈ ਜਾਂ ਨਹੀਂ ਹੋਈ, ਪਰ ਉਹ ਟਾਕਸ ਮਤਲਬ ਹੈ ਜਿਸ ਤਰ੍ਹਾਂ ਅੱਗੇ ਉਹਨੂੰ ਚਲਾਉਣਾ ਚਾਹੀਦਾ ਸੀ, ਉਹ ਗੱਲ ਬਣੀ ਨਹੀਂ। ਇਸੇ ਦੌਰਾਨ ਤੁਹਾਨੂੰ ਯਾਦ ਹੋ, ਤੁਸੀਂ ਕਸ਼ਮੀਰ ਦੀ ਗੱਲ ਕੀਤੀ ਕਿ ਡਾਕਟਰ ਫਾਰੂਕ ਅਬਦੁੱਲਾ ਵੀ ਉੱਥੇ ਪਹੁੰਚ ਗਏ ਸੀ, 84 ਦੀ ਗੱਲ ਹੈ, ਔਰ ਉਹ ਅਕਾਲੀਆਂ ਨੂੰ ਮਿਲਿਆ ਔਰ ਉਹ ਸੰਤ ਨੂੰ ਵੀ ਮਿਲਿਆ, ਔਰ ਉਹ ਇਹ ਸੁਨੇਹਾ ਲੈ ਕੇ ਗਿਆ ਸੀ ਰਾਜੀਵ ਕੋਲੇ ਕਿ ਸਾਰੇ ਗੱਲਬਾਤ ਕਰਨ ਨੂੰ ਤਿਆਰ ਹੈ, ਤੁਸੀਂ ਗੱਲਬਾਤ ਕਰੋ। ਤੇ ਰਾਜੀਵ ਸ਼ਾਇਦ ਆਇਆ ਵੀ ਸੀ ਅੰਮ੍ਰਿਤਸਰ, ਕੁਛ ਅਕਾਲੀਆਂ ਨਾਲ ਗੱਲ ਸ਼ੁਰੂ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਗੱਲ ਕਿਤੇ ਪਹੁੰਚੀ ਨਹੀਂ, ਚੱਲੀ ਨਹੀਂ। ਤਾਂ ਫਿਰ ਉਹ ਬਲੂ ਸਟਾਰ ਦਾ ਹੋ ਗਿਆ ਮਸਲਾ। ਹੁਣ ਉਹਦੇ 'ਚ ਵੀ ਨੈਰੇਟਿਵ 'ਚ ਅਦਲ ਬਦਲ ਹੈ ਕਿ ਇਹਨਾਂ ਨੇ ਫੌਜੀਆਂ ਨੇ ਕਿਹਾ ਮਿਸਿਸ ਗਾਂਧੀ ਨੂੰ ਕਿ ਬਈ ਅਸੀਂ ਤਾਂ ਇਹਨੂੰ 2 ਦਿਨ 'ਚ ਖ਼ਤਮ ਕਰ ਦਿਆਂਗੇ, 1 ਦਿਨ 'ਚ ਖ਼ਤਮ ਕਰ ਦੇਣਗੇ, ਕੋਈ ਅੰਦਰ ਕੁਛ ਗੜਬੜ ਜਾਂ ਨੁਕਸਾਨ ਨਹੀਂ ਹੋਏਗਾ ਦਰਬਾਰ ਸਾਹਿਬ ਦਾ ਜਾਂ ਅਕਾਲ ਤਖ਼ਤ ਦਾ ਜਾਂ ਜੋ ਵੀ ਹੈ। ਕਿਉਂਕਿ ਜਦ ਇਹ ਹੋ ਗਿਆ ਔਰ ਜਦ ਮਿਸਿਸ ਗਾਂਧੀ ਗਈ, ਕਿਉਂਕਿ ਉਹਨਾਂ ਦੇ ਨਾਲ ਇੱਕ ਸਿਕਿਉਰਿਟੀ ਅਫਸਰ ਸੀ ਜਿਹਨੂੰ ਮੈਂ ਜਾਣਦਾ, ਉਹਦੇ ਨਾਲ ਮੈਂ ਗੱਲ ਕੀਤੀ ਤਾਂ ਉਹਨੇ ਮੈਨੂੰ ਦੱਸਿਆ ਕਿ ਮਿਸਿਸ ਗਾਂਧੀ ਬਹੁਤ ਗੁੱਸੇ ਸੀ ਕਿ ਇਹ ਤਾਂ ਮੈਂ ਨਹੀਂ ਸੀ ਤੁਹਾਨੂੰ ਕਿਹਾ, ਨਾ ਹੀ ਤੁਸੀਂ ਮੈਨੂੰ ਇਹ ਅਸ਼ੋਰੈਂਸ ਦਿੱਤੀ ਸੀ ਕਿ ਇਹੋ ਜਿਹੀ ਗੱਲ ਹੋਊਗੀ, ਇਹ ਕਿਸ ਤਰ੍ਹਾਂ ਹੋਈ। ਤਾਂ ਫੌਜੀਆਂ ਕੋਲ ਖੈਰ ਕੋਈ ਖਾਸ ਉਦੋਂ ਜਵਾਬ ਹੈ ਨਹੀਂ ਸੀ, ਔਰ ਫਿਰ ਉਹ ਟੈਂਕ ਵੀ ਗਏ, ਬਹੁਤ ਕੁਛ ਹੋਇਆ, ਬਰਬਾਦੀ ਹੋਈ। ਉਹਦੇ ਬਾਅਦ ਕਹਾਣੀ ਐਸੀ ਹੈ ਕਿ ਇੰਦਰਾ ਨੂੰ ਪਤਾ ਸੀ ਕਿ ਹੁਣ ਸਿੱਖਾਂ ਨੇ ਉਹਨੂੰ ਛੱਡਣਾ ਨਹੀਂ ਹੈ, ਉਹ ਮਾਰਨਗੇ ਹੀ ਮਾਰਨਗੇ, ਇਹ ਗੱਲ ਉਹਦੇ ਦਿਮਾਗ 'ਚ ਬੈਠ ਗਈ ਸੀ। ਸੋ ਹੋਰ ਕਮਜ਼ੋਰੀ ਆਈ ਔਰ ਉਹਦੇ ਅਖੀਰਲੇ ਦਿਨ ਬੜੇ ਇੱਕ ਕਿਸਮ ਦੇ ਬੜੀ ਟ੍ਰੈਜਿਕ ਹੈ। ਜਿਹੜੀ ਲਾਸਟ ਉਹਨੇ ਸਪੀਚ ਦਿੱਤੀ ਨਾ ਉੜੀਸਾ 'ਚ ਕਿੱਥੇ ਕਿ ਮੈਨੂੰ ਜੇ ਮਾਰ ਵੀ ਦੇਣ ਤੇ ਮੇਰਾ ਖੂਨ ਦਾ ਕਤਰਾ ਕਤਰਾ ਦੇਸ਼ ਦੇ ਕੰਮ ਆਓ। ਸੋ ਇਹ ਬੜੀ ਟ੍ਰੈਜਿਕ ਦੀ ਸਟੋਰੀ ਹੈ। ਇਹਦੇ 'ਚ ਦੇਖੋ ਕਿਤਾਬਾਂ ਕਈ ਲਿਖੀਆਂ ਗਈਆਂ, ਬਲੂ ਸਟਾਰ ਤੇ ਅਸੈਸੀਨੇਸ਼ਨ ਤੇ ਉਹਦੇ ਬਾਅਦ ਜੋ ਕੁਛ ਹੋਇਆ ਸਿੱਖਾਂ ਨਾਲ, ਲੇਕਿਨ ਇਹ ਅਜੇ ਤੱਕ ਕੋਈ ਨਹੀਂ ਦੱਸ ਸਕਿਆ ਕਿ ਇੰਦਰਾ ਗਾਂਧੀ ਨੂੰ ਮਰਵਾਉਣ 'ਚ ਹੱਥ ਕਿਸ ਦਾ ਸੀ। ਤੁਸੀਂ ਹਿਸਟਰੀ ਲੱਭਦੇ ਹੋ, ਇਹ ਚੀਜ਼ ਲੱਭੋ ਕਿ ਮਰਵਾਇਆ ਕਿਸ ਨੇ ਸੀ। ਇਹ ਸਿਰਫ ਬੇਅੰਤ ਸਿੰਘ ਔਰ ਸਤਵੰਤ ਸਿੰਘ ਦੀ ਕਹਾਣੀ ਤਾਂ ਨਹੀਂ ਹੋ ਸਕਦੀ ਕਿ CIA ਨੇ ਮਰਵਾਇਆ, ਕਿਉਂਕਿ ਮੈਨੂੰ ਨਹੀਂ ਪਤਾ। ਬਹੁਤ ਸਾਰੇ ਇਹ ਆਇਆ ਕਮਿਊਨਿਸਟਾਂ ਦਾ ਵਿਚਾਰ ਹੈ, ਬੜੇ ਲੋਕ ਕਹਿੰਦੇ ਰਹੇ ਆ ਕਿ CIA ਨੇ ਇੰਦਰਾ ਦਾ ਭੋਗ ਪਾਇਆ। ਇਸ ਚੀਜ਼ ਦੀ ਪੂਰੀ ਤਰ੍ਹਾਂ ਇਨਕੁਆਇਰੀ ਨਹੀਂ ਹੋਈ ਅੱਜ ਤੱਕ। ਕਹਿੰਦੇ ਤੇ ਰਿਪੋਰਟ ਵੀ ਅਕਾਓ ਹੋਰਾਂ ਦੀ, ਸਿੱਧੂ ਸਾਹਿਬ ਨੇ ਜਿਹੜੀ ਕਿਤਾਬ ਲਿਖੀ ਹੈ ਖਾਲਿਸਤਾਨ ਨੇ ਕਿਹਾ ਕਿ ਮੈਂ ਕਹਿੰਦਾ ਰਿਹਾ ਬਾਰ-ਬਾਰ ਖਾਲਿਸਤਾਨ ਕਨਸਪੀਰੇਸੀ, ਉਹਨਾਂ ਨੇ ਇਹ ਕਿਹਾ ਹੈ ਕਿਤਾਬ 'ਚ ਕਿ ਕਾਲ ਸਾਹਿਬ ਇੱਕ ਨੋਟ ਲਿਖ ਕੇ ਗਏ 25 ਸਫ਼ੇ ਦਾ, ਔਰ ਉਹਨਾਂ ਨੇ ਕਿਹਾ ਕਿ ਮੇਰੇ ਮਰਨ ਤੋਂ 25 ਸਾਲ ਬਾਅਦ ਉਹਨੂੰ ਕੱਢਣਾ। ਸ਼ਾਇਦ ਉਸ ਨੋਟ 'ਚ ਕੁਛ ਹੋਵੇ, ਕਿਉਂਕਿ ਉਦੋਂ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹੀ ਓਵਰਸੀ ਕਰ ਰਹੇ ਸੀ, ਉਹੀ ਦੇਖ ਰਹੇ ਸੀ। ਪਰ ਇਹ ਗੱਲਾਂ ਅੱਧ ਵਿਚਾਲੇ ਰਹਿ ਗਈਆਂ। ਇਹ ਹਿਸਟਰੀ ਜਾ ਕੇ ਦੱਸੂਗੀ ਕਦੀ ਨਾ ਕਦੀ ਕਿ ਕੀ ਹੋਇਆ, ਕਿਹਨੇ ਮਰਵਾਇਆ। ਮਰਨਾ ਉਹਨੇ ਸੀ, ਉਹਨੂੰ ਪਤਾ ਸੀ ਕਿ ਉਹਨੇ ਮਰਨਾ, ਔਰ ਉਹਦੇ ਬਾਅਦ ਜੋ ਹੋਇਆ ਉਹ ਤਾਂ ਫਿਰ ਬਹੁਤ ਹੀ ਮਤਲਬ ਬਹੁਤ ਅਫਸੋਸ ਵਾਲੀ ਗੱਲ ਹੈ ਜੋ ਸਿੱਖਾਂ ਨਾਲ ਹੋਇਆ। ਉਹ ਦੇਖੋ ਜੀ, ਸਿੱਖਾਂ ਦੀ ਸਾਈਕ 'ਚ ਜੋ ਤੁਸੀਂ ਗੱਲ ਕਰਦੇ ਹੋ ਨਾ ਹਿਸਟਰੀ ਦਾ ਕਿਸ ਤਰ੍ਹਾਂ ਹੁੰਦਾ ਹੈ, ਉਹ ਸਿੱਖਾਂ ਦੀ ਸਾਈਕ 'ਚ ਉਹ ਗੱਲ ਪੂਰੀ ਤਰ੍ਹਾਂ ਗਈ ਨਹੀਂ ਹੈ ਅੱਜ ਤੱਕ, ਜਾਊਗੀ ਵੀ ਨਹੀਂ ਜਾਊਗੀ। ਅੱਗੇ ਸਿੱਖ ਇੰਨੀ, ਜਿਵੇਂ ਸਿੱਖ ਲਿਖਦੇ ਆ ਨਾ 84 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ, ਐ ਲਿਖਦੇ ਆ, ਬਹੁਤ ਵੱਡੇ ਪੱਧਰ ਤੇ ਲਿਖਦੇ। ਬਿਲਕੁਲ ਬਿਲਕੁਲ ਬਿਲਕੁਲ। ਅੱਗੇ ਸਿੱਖ ਇੰਨੇ ਉੱਚੀ ਉੱਚੀ ਬੋਲਦੇ ਵੀ ਨਹੀਂ ਸੀ ਕਿ ਅਸੀਂ ਹਿੰਦੂ ਨਹੀਂ ਹਾਂ, ਹੁਣ ਬੜਾ ਕਲੀਅਰਲੀ ਬੋਲਦੇ ਆ। और किसी की मजाल नहीं कोई अमृतसर जाके कॉन्ट्रडिक्ट करे। बड़े बड़े लीडर कोई नहीं बोल सकता जाके कि तुसी भी हिंदू हो,
ਤੁਸੀਂ ਵੀ ਸਾਡੇ ਨਾਲ ਨਹੀਂ, ਹੋ। ਮੈਂ ਇੱਕ ਤਾਂ ਦੇਖਦਾ ਹੁੰਨਾ ਕਿ ਜਿਹੜੀ ਕਾਂਗਰਸ ਉਦੋਂ ਪੰਜਾਬ ਕਾਂਗਰਸ ਤਾਂ 24 ਘੰਟੇ ਇਸ ਮਸਲੇ ਤੇ ਬੋਲਦੀ ਸੀ। ਪੰਜਾਬ ਕਾਂਗਰਸ ਦਾ ਇਸ ਟਾਈਮ ਇੱਕ ਵੀ ਲੀਡਰ ਆਪਰੇਸ਼ਨ ਬਲੂ ਸਟਾਰ ਨੂੰ ਡਿਫੈਂਡ ਨਹੀਂ ਕਰ ਸਕਦਾ। ਨਹੀਂ ਉਦੋਂ ਕਰਦੇ ਰਹੇ ਸਾਰੇ, ਨਹੀਂ ਕਰਦਾ, ਉਦੋਂ ਕਰਦੇ ਰਹੇ ਕਿਉਂਕਿ ਪੋਲਿਟਿਕ ਡਾਇਨਾਮਿਕਸ ਬਦਲ ਗਿਆ। ਜਿਹੜਾ ਤੁਸੀਂ ਕਹਿੰਦੇ ਪੋਲਿਟਿਕਸ ਦਾ, ਬਿਲਕੁਲ ਬਿਲਕੁਲ। ਸਿੱਖ ਜਿਹੜਾ ਗਾ ਇੰਨਾ ਸਟਰੈਂਥ ਜੀ ਵਾਸਤੇ ਹਿਸਟਰੀ ਬੜੀ ਇੰਪੋਰਟੈਂਟ ਹੈ, ਬਹੁਤ ਜ਼ਰੂਰੀ ਹੈ। ਹਿਸਟਰੀ ਨੂੰ ਅਸੀਂ ਭੁਲਾ ਨਹੀਂ ਸਕਦੇ, ਨਾ ਮਿਟਾ ਸਕਦੇ। ਇਸ ਕਰਕੇ ਇਹੀ ਮੈਂ ਕਹਿ ਰਿਹਾ ਕਿ ਇਹ ਸਿੱਖ ਸਾਈਕੀ ਚੋਂ ਗੱਲ ਗਈ ਨਹੀਂ 84 ਵਾਲੀ। ਔਰ ਜਦ ਕਿਸੇ ਵੀ ਮਾਈਨੋਰਿਟੀ ਨਾਲ ਬੁਰਾ ਹੁੰਦਾ ਹੈ ਜਾਂ ਕਿਸੇ ਦੀ ਕੁਟਾਈ ਹੁੰਦੀ ਹੈ ਤਾਂ ਫਿਰ ਸਿੱਖ ਫਿਰ ਸੋਚਦਾ ਹੈ ਕਿ ਹੁਣ ਸਾਡਾ ਨੰਬਰ ਤਾਂ ਨਹੀਂ ਆਉਣਾ। ਹਾਂ, ਜਿਵੇਂ ਮੁਸਲਮਾਨਾਂ ਨਾਲ ਜੋ ਦੇਸ਼ 'ਚ ਹੋ ਰਿਹਾ, ਇਹਦੇ ਤੇ ਹੋ ਰਿਹਾ ਤਾਂ ਇਸ ਕਰਕੇ ਮੈਨੂੰ ਹਮੇਸ਼ਾ ਔਰ ਇੱਥੋਂ ਤੱਕ ਕਹਿੰਦੇ ਨੇ ਕਿ ਜਦੋਂ ਸਾਡੇ ਕੁੱਟ ਪਈ ਉਦੋਂ ਮੁਸਲਮਾਨ ਨਹੀਂ ਬੋਲੇ, ਪਰ ਜਦੋਂ ਤੁਹਾਡੇ ਪੈਰੀ ਜਾਂ ਕਿਸੇ ਦੇ ਵੀ ਪਏ ਸੀ ਸਰਬੱਤ ਦਾ ਭਲਾ ਮੰਗਣ ਵਾਲੇ, ਅਸੀਂ ਬੋਲਾਂਗੇ। ਕਸ਼ਮੀਰ ਬਾਰੇ ਵੀ ਬੋਲ ਰਹੇ ਨੇ, ਬੋਲਦੇ ਇसी ਕਰਕੇ ਧਾਰਾ 370 ਤੇ ਬੋਲੇ ਨੇ, ਹਮੇਸ਼ਾ ਬੋਲਦੇ, ਸਿੱਖ ਹਮੇਸ਼ਾ ਬੋਲਦਾ। ਇਸ ਕਰਕੇ ਜਿਹੜੀਆਂ ਚੀਜ਼ਾਂ ਨਾ, ਔਰ ਪੰਜਾਬ ਨੂੰ ਖਾਸ ਕਰਕੇ ਮੈਂ ਦੇਖਦਾ ਰਹਿੰਦਾ, ਕਸ਼ਮੀਰ ਨੂੰ ਵੀ ਪੰਜਾਬ ਨੂੰ। ਕਸ਼ਮੀਰ ਨੂੰ ਇਸ ਕਰਕੇ ਕਿਉਂਕਿ ਮੈਂ ਉੱਥੇ ਰਿਹਾ ਤਾਂ ਕਾਫੀ ਇਨਵੋਲਵਮੈਂਟ ਰਹੀ। ਪੰਜਾਬ ਨੂੰ ਇਸ ਕਰਕੇ ਕਿ ਆਪਣੀ ਧਰਤੀ ਹੈ, ਅਸੀਂ ਉੱਥੇ ਦੇ ਹਾਂ, ਪੰਜਾਬ ਨੂੰ ਥੋੜ੍ਹੀ ਭੁੱਲ ਸਕਦੇ ਹਾਂ। ਸੋ ਇਹ ਚੀਜ਼ ਜਿਹੜੀ ਹੈ ਨਾ, ਪੰਜਾਬ ਇੱਕ ਬੜੀ ਸੈਂਸਿਟਿਵ ਸਟੇਟ ਹੈ, ਬਾਰਡਰ ਸਟੇਟ ਹੈ। ਉੱਥੇ ਫਜ਼ੂਲ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ, ਲੂਜ਼ ਟਾਕ ਨਹੀਂ ਹੋਣੀ ਚਾਹੀਦੀ ਕਿ ਜੀ ਖਾਲਿਸਤਾਨੀ ਆ ਗਏ, ਜੀ ਖਾਲਿਸਤਾਨੀ ਉੱਧਰ ਹੈ, ਖਾਲਿਸਤਾਨੀ ਇੱਧਰ ਹੈ। ਮੈਨੂੰ ਤਾਂ ਕੋਈ ਦਿਖਦਾ ਨਹੀਂ ਖਾਲਿਸਤਾਨੀ। ਪਰ ਇੱਕ ਗੱਲ ਜ਼ਰੂਰ ਹੈ, ਤੁਸੀਂ ਉਦੋਂ ਕਹਿੰਦੇ ਸੀ ਮੈਨੂੰ ਜਨਵਰੀ 'ਚ ਕਿ ਆਪ ਦੀ ਸਰਕਾਰ ਬਣੂਗੀ, ਔਰ ਮੈਂ ਕਿਹਾ ਨਹੀਂ, ਆਪ ਦੀ ਨਹੀਂ ਬਣ ਸਕਦੀ। ਨਹੀਂ ਬਣਦੀ। ਆਪਾਂ ਇਲੈਕਸ਼ਨ ਦੇ ਹੋਣ ਤੋਂ ਬਾਅਦ ਫੋਨ ਤੇ ਆਪਣੀ ਮੈਂ ਮੰਨਦਾ ਮੈਂ ਤੁਹਾਨੂੰ ਕਹਾਂ, ਮੈਂ ਜੋ ਘੁੰਮਿਆਗਾ ਉਹਦੇ 'ਚ ਆਪ ਦੀ ਬਣ, ਬਿਲਕੁਲ ਠੀਕ ਹੈ, ਜ਼ਰੂਰ ਆਪ ਦੀ ਸਰਕਾਰ ਬਣੇ। ਮੈਂ ਤਾਂ ਕਹਿੰਦਾ ਨਹੀਂ, ਚਲੋ ਉਹ ਤਾਂ ਕਿਸੇ ਦੀ ਵੀ ਬਣੇ, ਸਾਡੇ ਲਈ ਕੋਈ ਇਹ ਨਹੀਂ ਕਿ ਆਪ ਪਾਸ ਆ ਜਾਂ ਜਿਹਦੀ ਵੀ ਬਣੇ, ਕਾਂਗਰਸ ਬਣੇ। ਪਰ ਮੈਨੂੰ ਇੱਕੋ ਰਿਜ਼ਰਵੇਸ਼ਨ ਹੈ ਆਪ ਦੀ ਸਰਕਾਰ ਦਾ ਕਿ ਬਈ ਜੋ ਵੀ ਸਰਕਾਰ ਹੋਵੇ ਪੰਜਾਬ ਦੀ, ਪੰਜਾਬ ਤੋਂ ਚੱਲੇ, ਦਿੱਲੀੋਂ ਨਹੀਂ ਚੱਲ ਸਕਦੀ ਪੰਜਾਬ ਦੀ ਸਰਕਾਰ। ਉਹਦਾ ਰਿਐਕਸ਼ਨ ਕਦੀ ਨਾ ਕਦੀ ਹੋ, ਕਿਤੇ ਨਾ ਕਿਤੇ ਹੋ, ਮੈਂ ਇਹ ਸਮਝਦਾ। ਮੈਂ ਕਹਿੰਦਾ ਨਾ ਹੀ ਹੋਵੇ, ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੋਏਗਾ। ਹੁਣ ਕੌਣ ਕਰੂਗਾ, ਕਿਸ ਤਰ੍ਹਾਂ ਹੋ, ਪਾਰਟੀਆਂ ਕਮਜ਼ੋਰ ਹਨ, ਟ੍ਰੈਡੀਸ਼ਨਲ ਪਾਰਟੀਆਂ। ਕਾਂਗਰਸ ਦਾ ਮਾੜਾ ਹਾਲ ਹੈ, ਕੋਈ ਨਾ ਕੋਈ ਛੱਡੀ ਜਾਂਦਾ ਹੈ। ਅਕਾਲੀਆਂ ਦਾ ਮੈਨੂੰ ਤਾਂ ਬੜਾ ਅਫਸੋਸ ਆਇਆ ਜਿਸ ਦਿਨ ਸੁਨੀਲ ਜਾਖੜ ਛੱਡ ਕੇ ਚਲਾ ਗਿਆ। ਮੈਂ ਉਹਨੂੰ ਬਹੁਤ ਸਾਲਾਂ ਤੋਂ ਜਾਣਦਾ। ਹੁਣ ਦੇਖੋ, ਫੈਮਿਲੀ 30-32 ਸਾਲ ਰਹੀ ਹੈ ਕਾਂਗਰਸ, ਹੁਣ ਉਹ ਛੱਡ ਕੇ ਚਲਾ ਗਿਆ। ਤਾਂ ਇਸ ਤਰ੍ਹਾਂ ਹੋ ਰਿਹਾ। ਔਰ ਅਕਾਲੀਆਂ ਦਾ ਵੀ ਕੋਈ ਹੈ ਨਾ, ਬਾਦਲ ਸਾਹਿਬ ਬਜ਼ੁਰਗ ਹੋ ਗਏ। ਆਹੋ, ਬਾਦਲ ਸਾਹਿਬ ਉਹੀ ਸੀ ਜੇ ਅਕਾਲੀਆਂ ਨੂੰ ਇਕੱਠਾ ਰੱਖਿਆ ਸੀ, ਔਰ ਉਹ ਸਿਆਸਤ ਵੀ ਸਮਝਦੇ ਸੀ। ਹੁਣ ਇਹਨਾਂ ਨੂੰ ਫਿਰ ਇਕੱਠਾ ਹੋਣਾ ਪਏਗਾ। ਜੇ ਕਾਂਗਰਸ ਨਹੀਂ ਹੋ ਸਕਦੀ ਤਾਂ ਅਕਾਲੀਆਂ ਨੂੰ ਹੋਣਾ ਪਏਗਾ। ਮੈਂ ਟ੍ਰੈਡੀਸ਼ਨਲ ਪਾਰਟੀ ਨੂੰ ਰਾਈਟ ਆਫ ਨਹੀਂ ਕਰਦਾ। ਕੋਈ ਨਾ ਕੋਈ ਫਿਰ ਜਾਗੂਗਾ, ਕੋਈ ਨਾ ਕੋਈ ਫਿਰ ਉੱਠੂਗਾ, ਕੁਛ ਨਾ ਕੁਛ ਗੱਲ ਹੋਏਗੀ। ਔਰ ਫਿਰ ਉਹ ਗੱਲ ਆ ਜਾਂਦੀ ਹੈ ਪੰਥਕ ਏਜੰਡੇ ਵਾਲੀ, ਜਿਹੜੀ ਇਹ ਸਾਰੀਆਂ ਚੀਜ਼ਾਂ ਨਾਲ ਲਿੰਕ। ਅਸੀਂ ਇਹ ਦੇਖ ਰਹੇ ਹਾਂਗੇ ਕਿ ਜਦੋਂ ਵੀ ਪੰਜਾਬ 'ਚ ਜਿਹੜਾ 84 ਦਾ ਕਨੈਕਸ਼ਨ ਆ ਜਾਂ ਸੰਤਾਂ ਦਾ ਕਨੈਕਸ਼ਨ ਆਗਾ, ਉਹ ਤੋਂ ਕੋਈ ਵੀ ਚੀਜ਼ ਪੰਜਾਬ 'ਚ ਭਿੱਜ ਨਹੀਂ ਰਹਿੰਦੀ। ਚਾਹੇ ਦੀਪ ਸਿੱਧੂ ਦਾ ਭੋਗ ਹੋਵੇ, ਚਾਹੇ ਬਰਗਾੜੀ ਦਾ ਇਕੱਠ ਹੋਵੇ, ਚਾਹੇ ਸਰਬੱਤ ਖਾਲਸਾ ਹੋਵੇ ਚੱਬੇਵਾਲ ਦਾ, ਉਹ ਸਾਰੀ ਗੱਲ ਜਾ ਕੇ ਉੱਥੇ ਜੁੜ ਜਾਂਦੀ ਹੈਗੀ ਜਿੱਥੋਂ ਸਾਰਾ ਸ਼ੁਰੂ ਹੋਇਆ। ਠੀਕ ਕਹਿੰਦੇ। ਔਰ ਲੋਕ ਇਹ ਕਹਿੰਦੇ ਨੇ ਕਿ ਦੇਖੋ, ਜੋ ਸੰਤ ਕਹਿ ਰਹੇ ਸੀ 25 ਸਾਲ ਪਹਿਲਾਂ, 30 ਸਾਲ ਪਹਿਲਾਂ, ਜੋ ਸੰਤਾਂ ਨੇ ਗੱਲਾਂ ਕਹੀਆਂ, 35 ਸਾਲ ਹੋ ਗਏ, ਉਹ ਸਾਰੀਆਂ ਗੱਲਾਂ ਤਾਂ ਉਵੇਂ ਵਾਪਰ ਰਹੀਆਂ ਨੇ। ਕਿ ਸਟੇਟ ਕੀ ਹੁੰਦੀ ਆ, ਉਹ ਮਿਨੋਰਿਟੀ ਦਾ ਅਪੀਜ਼ਮੈਂਟ ਉਹ ਕਿਵੇਂ ਕਰਦੀ ਹੈ, ਮਿਨੋਰਿਟੀ ਨੂੰ ਟਾਰਗੇਟ ਕਿਵੇਂ ਕਰਦੀ ਹੈ। ਉਹ ਕਹਿੰਦੇ ਆ ਕਿ ਤੁਹਾਡੇ ਸਾਹਮਣੇ ਸਾਰਾ ਹੋ ਰਿਹਾ, ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋ ਰਹੀਆਂ ਨੇ, ਅਸੀਂ ਫਿਰ ਖਾਲਿਸਤਾਨ ਦੀ ਗੱਲ ਕਿਉਂ ਨਾ ਕਰੀਏ। ਇਹ ਬੜੀ ਠੋਕ ਕੇ ਕਿਹਾ ਜਾਂਦਾ ਕਿ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ, ਅਸੀਂ ਖਾਲਿਸਤਾਨ ਦੀ ਕਿਉਂ ਨਾ ਕਰੀਏ। ਮੈਂ ਖਾਲਿਸਤਾਨ ਦੀ ਗੱਲ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਸੀਰੀਅਸ ਮਾਮਲਾ ਹੋ ਜਾਂਦਾ। ਪਰ ਪੰਥਕ ਏਜੰਡਾ ਤਾਂ ਹੈ ਨਾ, ਪੰਥ ਤਾਂ ਹੈ ਨਾ। ਔਰ ਇसी करके मैं ਤੁਹਾਨੂੰ ਪਹਿਲੇ ਕਿਹਾ ਸੀ, मैं कि अमृतसर जाके बोलो कि हम सब हिंदू हैं। नहीं बोल सकता। सिखा दी अपनी आइडेंटिटी है और वो 84 के बाद बहुत स्ट्रेंथन हो गई है आइडेंटिटी। ये हिस्ट्री ये सिखाती है सानू और यही हिस्ट्री करती है। ਤੁਹਾਨੂੰ ਕੀ ਲੱਗਦਾ, ਜੇ ਇੱਕ ਤਾਂ ਹੁੰਦਾ ਕਾਂਗਰਸ
ਬੀਜੇਪੀ, ਇੱਕ ਮੈਂ ਕਿਹਾ ਵੀ ਡੀਪ ਸਟੇਟ ਹੈ ਨਾ, ਇੱਕ ਸਟੇਟ ਹੁੰਦੀ ਹੈ ਨਾ, ਇੱਕ ਨੇਸ਼ਨ ਸਟੇਟ ਆ। ਤੇ ਨੇਸ਼ਨ ਸਟੇਟ ਬਾਰੇ ਹੁਣ ਤਾਂ ਸਿੱਖਾਂ ਦੇ ਵਿਦਵਾਨ ਬੜਾ ਹੀ ਦੁਨੀਆ ਭਰ ਨੂੰ ਸਟੱਡੀ ਕਰਕੇ ਲਿਖ ਰਹੇ ਨੇ ਕਿ ਨੇਸ਼ਨ ਸਟੇਟ ਨੇ ਹਮੇਸ਼ਾ ਜਿਹੜੀਆਂ ਉੱਥੇ ਦੀਆਂ ਮਿਨੋਰਿਟੀਜ਼ ਹੁੰਦੀਆਂ ਨੇ, ਚਾਹੇ ਭਾਸ਼ਾ ਆਧਾਰਿਤ ਹੋਣ, ਧਰਮ ਆਧਾਰਿਤ ਹੋਣ, ਕਲਰ, ਕਾਸਟ, ਕ੍ਰੀਡ, ਉਹਨਾਂ ਨੂੰ ਕਰਕੇ ਸੈਂਟਰਲਾਈਜ਼ ਕਰਨਾ ਹੁੰਦਾ ਸਿਸਟਮ ਸਾਰਾ। ਮੈਜੋਰਿਟੀ ਪੋਲੀਟਿਕਸ ਕਰਦੀਆਂ ਹੀ ਨੇ ਉਹ। ਨੇਸ਼ਨ ਸਟੇਟ ਦਾ ਇਹ ਮੇਨ ਏਜੰਡਾ ਹੁੰਦਾ। ਕਿ ਹੁਣ ਜਦੋਂ ਜਿਸ ਦੌਰ 'ਚ ਸਟੇਟ ਖੜੀ ਹੈਗੀ, ਜਦੋਂ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ, ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ, ਤਮਾਮ ਗੱਲਾਂ ਹੁੰਦੀਆਂ ਨੇ ਦੇਸ਼ ਦੇ ਅੰਦਰ, ਉਦੋਂ ਇਹ ਰੀਥਿੰਕ ਕਰਨ ਦੀ ਨਹੀਂ ਲੋੜ ਆ ਜੋ ਪੁਰਾਣੀਆਂ ਗਲਤੀਆਂ ਹੋਈਆਂ ਘੱਟੋ ਘੱਟ ਵੱਡੇ ਦਿਲ ਨਾਲ, ਕਿ ਡੀਲਿੰਗ ਕੀ ਹੋਣੀ ਚਾਹੀਦੀ ਹੈਗੀ, ਚਾਹੇ ਕੋਈ ਵੀ ਸਵਾਲ ਆ, ਚਾਹੇ ਕਸ਼ਮੀਰ ਦਾ ਸਵਾਲ ਆ, ਚਾਹੇ ਪੰਜਾਬ ਦਾ ਸਵਾਲ ਆ। ਨੇਸ਼ਨ ਸਟੇਟ ਤਾਂ ਜ਼ਰੂਰੀ ਹੈ, ਕਿਉਂਕਿ ਸਟੇਟ ਤਾਂ ਇੱਕੋ ਹੀ ਹੈ, ਮੁਲਕ ਇੱਕੋ ਹੀ ਹੈ। ਪਰ ਇਸ ਮੁਲਕ 'ਚ ਇੰਨਾ ਵੱਡਾ ਮੁਲਕ ਹੈ ਕਿ ਵੱਖੋ ਵੱਖ ਆਈਡੈਂਟੀਟੀਜ਼ ਹਨ, ਵੱਖੋ ਵੱਖ ਕਿਸਮ ਦੇ ਲੋਕ ਹੈ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਚਿੱਟਾ ਹੈ। ਸੋ ਅਸੀਂ ਹੋਰ ਭਾਸ਼ਾ ਬੋਲਦੇ ਹਾਂ, ਤਾਮਿਲਨਾਡੂ 'ਚ ਹੋਰ ਭਾਸ਼ਾ ਬੋਲਦੇ। ਹੁਣ ਜੇ ਤੁਸੀਂ ਕਹੋ ਕਿ ਸਾਰੇ ਹਿੰਦੀ ਬੋਲਣ ਤਾਂ ਉਹ ਸਾਊਥ ਵਿੱਚ ਫਿਰ ਲੋਕ ਔਖੇ ਹੁੰਦੇ ਵੀ ਸਾਨੂੰ ਤਾਂ ਹਿੰਦੀ ਆਉਂਦੀ ਨਹੀਂ, ਅਸੀਂ ਹਿੰਦੀ ਕਿਸ ਤਰ੍ਹਾਂ ਬੋਲੀ, ਅੰਗਰੇਜ਼ੀ ਥੋੜ੍ਹੀ ਬਹੁਤ ਸਿੱਖ ਲਈ, ਅੰਗਰੇਜ਼ੀ ਚੱਲਣ ਦੇ। ਤਾਂ ਇਹ ਗੱਲਾਂ ਸਾਰੀਆਂ ਪੰਜਾਬ 'ਚ ਹੁਣ ਜੇ ਤੁਸੀਂ ਕਹੋਗੇ ਸਿਰਫ ਹਿੰਦੀ ਕੰਪਲਸਰੀ ਹੋਈ। ਮੈਂ ਤੁਹਾਨੂੰ ਇੱਕ ਹੋਰ ਗੱਲ ਯਾਦ ਕਰਾਵਾਂ, ਇਹ ਹਰਿਆਣਾ ਕਿਸ ਤਰ੍ਹਾਂ ਬਣਿਆ ਜਾਂ ਕਿਉਂ ਬਣਿਆ? ਸਰਦਾਰ ਪ੍ਰਤਾਪ ਸਿੰਘ ਖਹਿਰੋਂ ਇਹੀ ਕਹਿੰਦਾ ਹੁੰਦਾ ਸੀ, ਔਰ ਮਾਈ ਡੈਡ ਬੋਡੀ, ਮੈਂ ਬਣਨ ਨਹੀਂ ਦੇਣਾ, ਮੇਰੀ ਲਾਸ਼ ਤੇ ਬਣੋ ਰਹਿਣਾ। ਤਾਂ ਉਹ ਬਣਿਆ ਉਸੇ ਕਰਕੇ ਨਾ, ਉਹ ਸੈਂਸਸ, ਤੁਸੀਂ ਹਿੰਦੀ ਸਪੀਕਿੰਗ ਹੋ ਜਾਂ ਪੰਜਾਬੀ ਸਪੀਕਿੰਗ ਹੋ। ਉੱਥੇ ਕੁਛ ਹਿੰਦੂਆਂ ਨੇ ਜਿਹੜੇ ਪੰਜਾਬੀ ਸਪੀਕਿੰਗ ਸੀ, ਪੰਜਾਬ ਦੇ ਤਾਂ ਪੰਜਾਬੀ ਸਪੀਕਿੰਗ ਹੀ ਹੈ ਨਾ, ਹਿੰਦੂ ਹੋਏ, ਸਿੱਖ ਹੋਵੇ, ਮੁਸਲਮਾਨ ਹੋਵੇ, ਜੋ ਵੀ ਹੋਵੇ, ਉੱਥੇ ਕੁਛ ਲੋਕਾਂ ਨੇ ਗੜਬੜ ਕੀਤੀ। ਔਰ ਫਿਰ ਇਹ ਹਰਿਆਣੇ ਦੀ ਗੱਲ ਹੋ ਗਈ, ਫਿਰ ਹਰਿਆਣਾ ਬਣ ਗਿਆ, ਫਿਰ ਹਿਮਾਚਲ ਬਣ ਗਿਆ, ਇਹ ਤਾਂ ਸਾਰੀ ਇੱਕ ਸਟੇਟ ਸੀ। ਤੁਹਾਨੂੰ ਲੱਗਦਾ ਕਦੇ ਦੇਸ਼ 'ਚ ਇਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਤੋਂ ਸ਼ੁਰੂ ਹੋਈ, ਕਹਿੰਦੇ ਬੀਜੇਪੀ ਹੁਣ ਹੋਰ ਵੀ ਐਕਸਟ੍ਰੀਮ ਕਰਦੀ ਹੈ, ਕਦੇ ਰੁਕ ਸਕਦੀ ਹੈ ਇਹ? ਕਦੇ ਜਿਹੜੀ ਇੱਕ ਵੈਲਫੇਅਰ ਸਟੇਟ, ਫੇਅਰ ਸਟੇਟ ਕਿਹਾ ਜਾਂਦਾ ਕਿ ਫੇਅਰ ਸਟੇਟ, ਜਾਂ ਇੱਥੋਂ ਪੋਲੀਟੀਕਲ ਕਲਾਸ ਹੀ ਇਹਨੂੰ ਚਲਾਊਗੀ, ਚਾਹੇ ਉਹ ਏਜੰਸੀਆਂ ਹੋਣ ਇੱਥੋਂ ਦੀਆਂ, ਚਾਹੇ ਉਰੋਂ ਦਾ ਸਿਸਟਮ ਹੋਵੇ, ਉਹ ਪੋਲੀਟੀਕਲ ਕਲਾਸ ਨੇ ਚਲਾਉਣੀਆਂ ਨੇ? ਜਾਂ ਕਦੇ ਵਾਕਈ ਸਟੇਟ ਜਿਹੜਾ ਵੈਲਫੇਅਰ ਸਟੇਟ ਦਾ ਯੂਰਪ 'ਚ ਕਨਸੈਪਟ ਪੈਦਾ ਹੋਇਆ, ਏਜੰਸੀਆਂ ਹੈ ਜਾਂ ਜਿਹਨੂੰ ਤੁਸੀਂ ਡੀਪ ਸਟੇਟ ਕਹਿੰਦੇ ਹੋ, ਜਾਂ ਲੋਕ ਗਾਲਾਂ ਕੱਢਦੇ ਹਨ, ਉਹ ਹਰੇਕ ਸਰਕਾਰ ਨਾਲ ਚੱਲ। ਮੈਨੂੰ ਕਿਸੇ ਨੇ ਪੁੱਛਿਆ ਸੀ ਡੀਪ ਸਟੇਟ ਕੀ ਹੁੰਦੀ ਹੈ, ਤਾਂ ਮੈਂ ਦੱਸ ਦੇਣਾ ਇਹ ਸਾਬਕਾ ਡੀਪ ਸਟੇਟ ਨੇ। ਠੀਕ ਹੈ, ਪਰ ਇਹਦੀ ਹਰੇਕ ਸਰਕਾਰ ਨੂੰ ਲੋੜ ਪੈਂਦੀ ਹੈ, ਹਰੇਕ ਵਾਸਤੇ ਕੰਮ ਕਰਦੀ ਹੈ ਡੀਪ ਸਟੇਟ ਜਾਂ ਏਜੰਸੀਆਂ। ਸੋ ਇਹਦੇ 'ਚ ਕੋਈ ਉਹ ਨਵੀਂ ਗੱਲ ਨਹੀਂ ਹੈ। ਕੌਣ ਇਹਨੂੰ ਕਿਸ ਤਰ੍ਹਾਂ ਚਲਾਉਂਦਾ ਹੈ, ਕੌਣ ਇਹਦੇ 'ਚ ਜ਼ਿਆਦਾ ਇੰਟਰਸਟ ਲੈਂਦਾ ਹੈ, ਮੈਨੂੰ ਤਾਂ ਹੁਣ ਛੱਡੇ 20 ਸਾਲ ਹੋ ਗਏ, ਪਰ ਪੁਰਾਣੇ ਵਕਤਾਂ 'ਚ ਜੇ ਪਿੱਛੇ ਜਾਈਏ ਤਾਂ ਜਿੰਨਾ ਇੰਟਰਸਟ ਡੀਪ ਸਟੇਟ 'ਚ ਰਾਜੀਵ ਨੇ ਲਿਆ ਸੀ, ਹੋਰ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਲਿਆ। ਮੋਦੀ ਹੋਰੀ ਤਾਂ ਲੈਂਦੇ ਹੋਣਗੇ ਨਾ? ਹਾਂਜੀ, ਮੋਦੀ ਹਮੇਸ਼ਾ ਜ਼ਰੂਰ ਲੈਂਦੇ ਹੋਣਗੇ। ਮੈਂ ਤਾਂ ਅੱਜ ਦੀ ਗੱਲ ਨਹੀਂ ਕਰ ਰਿਹਾ ਨਾ, ਮੈਂ ਤਾਂ ਪਿੱਛੇ ਦੀ ਗੱਲ ਕਰ ਰਿਹਾ। ਡੋਵਾਲ ਸਾਹਿਬ ਤੁਹਾਡੇ ਮਿੱਤਰ ਰਹੇ ਨੇ, ਕਿਸੇ ਦੌਰ 'ਚ ਕੰਮ ਕੀਤਾ ਇਕੱਠਿਆਂ ਤੁਸੀਂ? ਬਿਲਕੁਲ ਕੀਤਾ ਹੈ, ਅਜੇ ਵੀ ਮਿੱਤਰ ਕਮ ਸੇ ਕਮ ਮੈਂ ਤਾਂ ਇਹੀ ਸਮਝਦਾ। ਫਿਰ ਮੈਂ ਇਹੀ ਕਹਿ ਰਿਹਾ ਹੈਗਾ ਕਿ ਹੁਣ ਵੀ ਤਾਂ ਤੁਹਾਨੂੰ ਨਹੀਂ ਲੱਗਦਾ ਰਾਜੀਵ ਗਾਂਧੀ ਦੀ ਇੰਟੈਂਸਿਟੀ ਗ੍ਰੈਵਿਟੀ ਨਾਲ ਹੀ ਇਹ ਸਰਕਾਰ ਵੀ ਜ਼ਰੂਰ ਲੱਗਦਾ, ਜ਼ਰੂਰ ਲੱਗਦਾ। ਜਿਹੜਾ ਮੈਂ ਪੁੱਛ ਰਿਹਾ ਸ਼ਾਇਦ ਜ਼ਿਆਦਾ ਇੰਟਰਸਟ ਲੈ ਰਹੀ ਹੋਵੇ। ਜਿਹੜਾ ਮੈਂ ਸਵਾਲ ਉਹ ਡੀਰੇਲ ਹੋ ਗਿਆ ਕਿ ਤੁਹਾਨੂੰ ਲੱਗਦਾ ਫੇਅਰ ਲਾਈਨ ਤੇ ਆ ਜਾਓ, ਫੇਅਰ ਡੈਮੋਕ੍ਰੈਟਿਕ ਤੇ ਵੈਲਫੇਅਰ ਸਟੇਟ ਜਿਹੜੀ, ਜਿਹਦੇ ਬਾਰੇ ਇੱਕ ਇਮੈਜੀਨੇਸ਼ਨ, ਜਾਂ ਇਮੈਜੀਨੇਸ਼ਨ ਕਿਉਂ, ਯੂਰਪ ਦੇ ਅੰਦਰ ਅਸੀਂ ਦੇਖਦੇ ਹਾਂ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਦੋਂ ਵੈਲਫੇਅਰ ਸਟੇਟ ਕਨਸੈਪਟ 'ਚ ਆਉਂਦੀ ਹੈ, ਤਾਂ ਵਾਕਈ ਵੈਲਫੇਅਰ ਸਟੇਟ ਦਾ ਮਤਲਬ ਹੈ। ਤੁਹਾਨੂੰ ਲੱਗਦਾ ਕਦੇ ਐਂ ਹੋਊਗਾ ਜਿੱਥੇ ਕਿਸੇ ਨੂੰ ਨਾ ਲੱਗੇ ਕਿ ਮੇਰੇ ਨਾਲ ਕੋਈ ਐਂ ਨਹੀਂ ਹੈ ਭੇਦਭਾਵ, ਨਾ ਕਿਸੇ ਨੂੰ ਕਲਰ ਬੇਸ 'ਤੇ ਲੱਗੇ, ਨਾ ਕਿਸੇ ਨੂੰ ਕਾਸਟ ਬੇਸ 'ਤੇ, ਨਾ ਕਿਸੇ ਨੂੰ ਭਾਸ਼ਾ ਦੇ ਬੇਸ 'ਤੇ, ਨਾ ਕਿਸੇ ਨੂੰ ਧਰਮ ਦੇ ਬੇਸ 'ਤੇ? ਜਿਹੜਾ ਇਹ ਸਾਰੇ ਪੰਗੇ ਖੜੇ ਹੁੰਦੇ ਨੇ ਇਸੇ ਕਰਕੇ ਹੋਏ ਨੇ ਨਾ, ਬੰਦੇ ਨੂੰ ਲੱਗਦਾ ਸਾਡੇ ਨਾਲ ਬੇਗਾਨਗੀ ਦਾ ਅਹਿਸਾਸ ਆ ਨਾ। ਦੇਖੋ, ਫੇਅਰ ਸਟੇਟ ਤਾਂ ਮੇਰੇ ਖਿਆਲ ਹੈ ਉਹ ਹੋ ਜਾਏਗੀ, ਹੋਣੀ ਚਾਹੀਦੀ ਹੈ। ਉਹ ਜਿਹੜੀ ਆਈਡੀਅਲ ਸਟੇਟ ਤੁਸੀਂ ਸੋਚ ਰਹੇ ਹੋ ਨਾ, ਉਹ ਸ਼ਾਇਦ ਮੁਸ਼ਕਿਲ ਹੀ ਹੋਵੇ ਇਸ ਮੁਲਕ 'ਚ, ਕਿਉਂਕਿ ਇੰਨਾ ਵੱਡਾ ਮੁਲਕ ਹੈ। ਔਰ ਹੁਣ ਤੁਸੀਂ ਕਹਿ ਰਹੇ ਹੋ ਹਿੰਦੂ ਰਾਸ਼ਟਰ ਬਣਾਉਣਾ ਹੈ, ਤਾਂ ਹਿੰਦੂ ਰਾਸ਼ਟਰ ਤਾਂ ਹੈ ਹੀ ਸੀ। ਹਿੰਦੂ ਰਾਸ਼ਟਰ ਦੀ ਕੀ ਕਮੀ ਕੀ ਸੀ ਜਦ ਹਿੰਦੂ ਹੀ ਹੈ ਇਸ ਮੁਲਕ 'ਚ ਇੰਨਾ, ਤੇ ਇਹਨੂੰ ਇਸ ਗੱਲ ਨੂੰ ਬਾਰ-ਬਾਰ ਹਾਈਲਾਈਟ ਕਰਨ ਦੀ ਕੀ ਲੋੜ ਹੈ ਸਾਨੂੰ? ਹਿੰਦੂਆਂ ਨੂੰ ਕੋਈ ਉਹ ਤਾਂ ਨਹੀਂ ਹੈ ਕਿ ਕੋਈ ਕਿਸੇ ਕਿਸਮ ਦਾ
ਪਰ ਇਹ ਤਾਂ ਕਿਹਾ ਜਾਂਦਾ ਹਿੰਦੂ ਖਤਰੇ 'ਚ ਆ। ਉਹੀ ਮੈਂ ਕਹਿ ਰਿਹਾ ਸੀ, ਕੋਈ ਖਤਰਾ ਕਿੱਥੋਂ ਖਤਰਾ ਹੈ, ਕਿਸ ਚੀਜ਼ ਤੋਂ ਖਤਰਾ ਹੈ? ਜਦ ਵੀ ਜੰਗ ਹੋਈ ਹੈ ਸਾਡੀ, ਉਹ ਛੋਟੀ ਮੋਟੀ ਉਹ ਬਾੜ ਤੇ ਛੱਡ ਦਿਓ ਚੀਨ ਨਾਲ, ਜੰਗ ਤਾਂ ਪਾਕਿਸਤਾਨ ਨਾਲ ਹੀ ਹੋਈ ਹੈ ਨਾ 3-4 ਵਾਰੀ। ਤਾਂ ਸਿੱਖ ਅੱਗੇ ਰਹੇ, ਸਿੱਖ ਜਰਨੈਲ ਅੱਗੇ ਰਹੇ, ਮੁਸਲਮਾਨ ਵੀ ਰਹੇ ਉਹਦੇ 'ਚ। ਸੋ ਇਹਦੇ 'ਚ ਕੋਈ ਭੇਦਭਾਵ ਵਾਲੀ ਗੱਲ ਹੋਣੀ ਨਹੀਂ ਚਾਹੀਦੀ। ਸੰਤ ਭਿੰਡਰਾਂਵਾਲਿਆਂ ਨੂੰ ਤੁਸੀਂ ਐਜ਼ ਏ ਕਿਰਦਾਰ ਕਿਵੇਂ ਦੇਖਦੇ ਹੋਗੇ, ਇਤਿਹਾਸ 'ਚ ਵੀ ਤੇ ਜਾਂ ਤੁਹਾਡਾ ਉਦੋਂ ਵੀ ਤੁਸੀਂ ਦੇਖ ਰਹੇ ਹੋਵੋਗੇ, ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਮੈਂ ਤਾਂ ਸਮਝਦਾ ਬੜਾ ਸਿਆਣਾ ਬੰਦਾ ਸੀ। ਇਹਨਾਂ ਨੇ ਕਿੱਥੋਂ ਫੜਿਆ, ਕਿਸ ਤਰ੍ਹਾਂ ਲੈ ਗਏ, ਕਿਸ ਤਰ੍ਹਾਂ ਉਹਨੂੰ ਬਿਠਾਇਆ ਉੱਥੇ, ਉਹ ਕਹਾਣੀ ਹੋਰ ਹੈ। ਪਰ ਬੰਦਾ ਸਿਆਣਾ ਸੀ। ਇੱਕ ਕਹਾਣੀ ਮੈਂ ਸ਼ਾਇਦ ਤੁਹਾਨੂੰ ਪਹਿਲੇ ਵੀ ਸੁਣਾਈ ਹੈ, ਉਹ ਸੁਨੀਲ ਦੱਤ ਵਾਲੀ, ਯਾਦ ਹੈ ਤੁਹਾਨੂੰ? ਹਾਂ, ਦੁਬਾਰਾ ਸੁਣਾਓ। ਸੁਨੀਲ ਦੱਤ ਨੇ ਪਦ ਯਾਤਰਾ ਕੀਤੀ, ਦਰਬਾਰ ਸਾਹਿਬ ਗਏ ਉਹ ਮੱਥਾ ਟੇਕਣ। ਦਰਬਾਰ ਸਾਹਿਬ ਗਏ, ਕਹਿਣ ਲੱਗੇ ਸੰਤ ਜੀ ਨੂੰ ਮੈਂ ਮਿਲਣਾ, ਤੁਹਾਡਾ ਗੱਲ ਕਰਨੀ ਹੈ। ਜਦ ਦਰਬਾਰ ਸਾਹਿਬ ਪਹੁੰਚੇ, ਸੰਤ ਜੀ ਕੋਲ ਗਏ, ਸੰਤ ਨੇ ਉੱਥੇ ਟੇਬਲ ਤੇ ਟੇਪ ਰਿਕਾਰਡਰ ਲਾਤਾ। ਤਾਂ ਸੁਨੀਲ ਦੱਤ ਨੇ ਕਿਹਾ, ਸੰਤ ਜੀ ਇਹਦੀ ਕੀ ਲੋੜ ਹੈ? ਕਹਿੰਦਾ ਕੋਈ ਲੋੜ ਨਹੀਂ, ਜੇ ਅਸੀਂ ਝੂਠ ਬੋਲਣਾ ਤਾਂ ਮੈਂ ਹਟਾ ਦੇਣਾ, ਜੇ ਸੱਚ ਬੋਲਣਾ ਫਿਰ ਕਿਉਂ ਡਰਦੇ ਹੋ, ਇਹਨੂੰ ਲੱਗੇ ਰਹਿਣ ਦਿਓ। ਮੰਨ ਲਓ ਉਹੀ ਹਿਸਟਰੀ ਰਿਕਾਰਡ ਕਰੇਗੀ ਕਿ ਅਸੀਂ ਕੀ ਗੱਲ ਕੀਤੀ ਸੀ, ਕੀ ਕਿਹਾ ਸੀ, ਮੈਂ ਕੀ ਕਿਹਾ ਸੀ। ਤੁਹਾਨੂੰ ਕੀ ਲੱਗਦਾ ਫਿਰ ਗੜਬੜ ਕਿੱਥੇ ਰਹੀ? ਜੇ ਮਤਲਬ ਗੜਬੜ ਇਸ ਤਰ੍ਹਾਂ ਰਹੀ ਨਾ, ਟਾਲਿਆ ਜਾ ਸਕਦਾ ਸੀ ਇਸ ਏਡੀ ਵੱਡੀ ਤਰਾਸਦੀ ਨੂੰ? ਦੇਖੋ ਜੀ, ਜੇ ਉਹਦੇ 'ਚ ਗਿਆਨੀ ਜੀ ਦਾ ਹੱਥ ਸੀ ਤਾਂ ਗਿਆਨੀ ਬਹੁਤ ਸਿਆਣਾ ਪੋਲੀਟੀਸ਼ੀਅਨ ਸੀ। ਫਿਰ ਮੈਂ ਸਮਝਦਾ ਕਿ ਬਜਾਏ ਗਿਆਨੀ ਨੂੰ ਉੱਥੇ ਦਿੱਲੀ ਲਿਆਉਣ ਦੇ, ਜੇ ਪੰਜਾਬ 'ਚ ਹੀ ਰੱਖਦੇ ਔਰ ਦਰਬਾਰਾ ਸਿੰਘ ਨੂੰ ਦਿੱਲੀ ਲੈ ਆਉਂਦੇ ਤਾਂ ਸ਼ਾਇਦ ਕੁਛ ਪੰਜਾਬ ਕੰਟਰੋਲ 'ਚ ਰਹਿੰਦਾ। ਇਹ ਇੱਕ ਸੋਚ ਆਉਂਦੀ ਹੈ ਮੈਨੂੰ। ਮੈਂ ਗਿਆਨੀ ਜੀ ਨਾਲ ਕਾਫੀ ਟਾਈਮ ਕੱਢਿਆ, ਬਹੁਤ ਹੁਸ਼ਿਆਰ, ਬਹੁਤ ਸਿਆਣਾ ਬੰਦਾ ਸੀ, ਔਰ ਉਹਨਾਂ ਦਾ ਬੈਕਗਰਾਊਂਡ ਤੁਹਾਨੂੰ ਪਤਾ ਹੀ ਹੈ। ਤੁਸੀਂ ਨਹੀਂ ਕਦੇ ਕਿਹਾ ਉਹਨਾਂ ਨੂੰ? ਫਿਰ ਕੋਈ ਗੱਲ ਹੁੰਦੀ ਸੀ ਇਸ ਰਿਲੇਟਡ? ਕਦੇ ਹੋਈ ਗਿਆਨੀ ਜੀ ਨੇ ਗੱਲ ਕਿ ਇਹਨੂੰ ਸਾਰੇ ਮਸਲੇ ਨੂੰ, ਜਿੱਡਾ ਵੱਡਾ ਜੋ ਕੁਝ ਹੋਇਆ ਬਾਅਦ ਚ ਉਹਦੀ ਰਿਫਲੈਕਸ਼ਨ ਇੱਥੇ ਦਿੱਲੀ 'ਚ ਹੋਈ ਸਾਰਾ ਕੁਝ? ਸਾਡੀ ਕਹਾਣੀ ਉੱਥੇ ਖਤਮ ਹੋ ਜਾਂਦੀ। ਮੈਂ ਗਿਆਨੀ ਜੀ ਦੇ ਨਾਲ ਉਦੋਂ ਹੁੰਦਾ ਸੀ ਜਦ ਉਹਨਾਂ ਦਾ ਫੋਰਨ ਟੂਰ ਲੱਗਦਾ ਸੀ। ਮੈਂ ਸਾਰੇ ਟੂਰਾਂ 'ਤੇ ਗਿਆ ਗਿਆਨੀ ਜੀ ਨਾਲ। 84 'ਚ ਟੂਰ ਖਤਮ ਹੋ ਗਏ ਔਰ 87 'ਚ ਉਹਨਾਂ ਦੀ ਟਰਮ ਖਤਮ ਹੋ ਗਈ। ਉਦੋਂ ਮੈਂ ਜ਼ਰੂਰ ਮਿਲਿਆ ਸੀ ਗਿਆਨੀ ਜੀ ਨੂੰ, ਕਿਉਂਕਿ ਮੈਂ ਇੱਥੇ ਸੀ। ਮੈਂ ਕਿਹਾ ਜਾ ਕੇ ਮੈਂ ਕਰਟਸੀ ਕਾਲ ਕਰ ਆਵਾਂ। ਤਾਂ ਉਦੋਂ ਕੁਝ ਗੱਲਾਂ ਹੋਈਆਂ ਸੀ। ਉਦੋਂ ਬੜੀ ਰੂਮਰ ਸੀ ਕਿ ਰਾਜੀਵ ਗਾਂਧੀ ਨੂੰ ਡਿਸਮਿਸ ਕਰ ਦੇਣਗੇ, ਇਹ ਕਰ ਦੇਣਗੇ, ਉਹ ਕਰ ਦੇਣਗੇ। ਹੁਣ ਉਹਨੇ, ਤੁਸੀਂ ਦੇਖੀ ਹੋਣੀ ਕਿਤਾਬ ਵੀ ਲਿਖੀ ਹੈ ਅਰੁਣ ਸ਼ੌਰੀ ਨੇ। ਉਦੋਂ ਸ਼ੌਰੀ ਜੀ ਉਹਦੇ ਸੀ ਨਾ ਇੰਡੀਅਨ ਐਕਸਪ੍ਰੈਸ। ਹਾਂ, ਉਹਨਾਂ ਨੇ ਗਿਆਨੀ ਜੀ ਬਾਰੇ 'ਚ ਕਹਾਣੀਆਂ ਵੀ ਲਿਖੀਆਂ, ਕੁਛ ਮੈਂ ਵੀ ਲਿਖ ਦਿਆਂਗਾ। ਕਦੋਂ ਲਿਖ ਰਹੇ ਹੋ ਤੁਸੀਂ? ਜਦ ਤੁਸੀਂ ਕਹੋਗੇ। ਤਾਂ ਜਿਵੇਂ ਜੀਬੀਐਸ ਸਿੱਧੂ ਕਹਿੰਦੇ ਨੇ ਕਿ ਜਿਵੇਂ ਅਫਰੀਕਾ 'ਚ ਟਰੁੱਥ ਕਮਿਸ਼ਨ ਬਣਿਆ ਸੀਗਾ, ਜਾਂ ਅਕਾਲੀਆਂ ਨੇ ਵੀ 97 ਦੇ ਮੈਨੀਫੈਸਟੋ 'ਚ ਇਹ ਗੱਲ ਪਾਤੀ ਸਾਡੀ ਸਰਕਾਰ ਉਹ ਅਸੀਂ ਬਣਾਵਾਂਗੇ, ਉਦੋਂ ਕੁਛ ਨਹੀਂ ਹੋਇਆ। ਉਦੋਂ ਬਾਅਦ ਤੁਹਾਨੂੰ ਪਤਾ ਹੀ ਹੈ। ਤੁਹਾਨੂੰ ਕੀ ਲੱਗਦਾ ਇਹਨਾਂ ਦੀ ਰੀਕਨਸੀਲ ਕਿਵੇਂ ਮਤਲਬ ਹੋ ਸਕਦਾ? ਇਹ ਕਿਸੇ ਸਿੱਟੇ 'ਤੇ ਕਿਵੇਂ ਪਹੁੰਚਣਾ ਦਾ ਕਲੋਜ਼ਰ ਕਿਵੇਂ ਹੋਵੇ ਇਹ ਗੱਲਾਂ ਦਾ? ਕਿਸੇ ਕਲੋਜ਼ਰ ਹੋਊਗਾ ਜਾਂ ਐਂ ਰਹਿਣੀਆਂ ਖੁੱਲੀਆਂ ਇਹ? ਨਹੀਂ, ਕਾਫੀ ਹੱਦ ਤੱਕ ਤਾਂ ਕਲੋਜ਼ਰ ਹੋ ਗਿਆ। ਹੁਣ ਕਲੋਜ਼ਰ ਤਾਂ ਫਿਰ ਐਂ ਹੋਇਆ ਨਾ ਵੀ ਮਿੱਟੀ ਪਾਤੀ ਗੱਲ ਦੇ ਉੱਤੇ। ਆਹ ਮਿੱਟੀ ਪਾ, ਉਹਦੇ ਨਾਲ ਡੀਲ ਤਾਂ ਨਹੀਂ ਕੀਤਾ? ਨਹੀਂ, ਡੀਲ ਐ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ, ਪਰ ਇੱਕ ਤਰ੍ਹਾਂ ਹੁਣ ਟਾਈਮ ਲੰਘ ਗਿਆ, ਕਾਫੀ ਕੁਛ ਹੋ ਗਿਆ। ਉੱਥੇ ਕੁਛ ਲੋਕ ਜਾ ਕੇ ਮਾਫੀ ਵੀ ਮੰਗ ਆਏ ਦਰਬਾਰ ਸਾਹਿਬ ਜਾ ਕੇ। ਸਾਡਾ ਉਹਦਾ ਟੈਕਨੀਕਲ ਜਿਹੀਆਂ ਮਾਫੀਆਂ ਸੀਗੀਆਂ। ਨਹੀਂ, ਡਾਕਟਰ ਮਨਮੋਹਨ ਸਿੰਘ ਦੀ ਤਾਂ ਟੈਕਨੀਕਲ ਮਾਫੀ ਨਹੀਂ ਸੀ, ਉਹ ਤਾਂ ਜੈਨੂਇਨ ਮਾਫੀ ਸੀ। ਬਾਕੀ ਟੈਕਨੀਕਲ ਹੋਣ ਦਾ ਮੈਨੂੰ ਪਤਾ ਨਹੀਂ, ਪਰ ਇਹ ਹੁਣ ਗੱਲ ਆਪੇ ਮੁੱਕ ਜੂਗੀ। ਇਹ ਹਿਸਟਰੀ 'ਚ ਹੌਲੀ ਹੌਲੀ ਗੱਲਾਂ ਮੁੱਕ ਜਾਂਦੀਆਂ, ਪਰ ਇਹ ਸਾਈਕੀ 'ਚੋਂ ਨਹੀਂ ਜਾਣ ਲੱਗੀ ਗੱਲ ਕਿ ਸਾਡਾ ਇੱਕ ਵਾਰੀ ਕੁਟਾਪਾ ਹੋ ਚੁੱਕਿਆ, ਹੁਣ ਮਾਰ ਨਹੀਂ ਖਾਣੀ ਹੈ।
ਹੁਣ ਤਲਵਾਰਾਂ ਨਿਕਲ ਆਉਣਗੀਆਂ। ਇਹ ਡੇਂਜਰਸ ਚੀਜ਼ ਹੈ। ਇਹ ਸਿੱਖਾਂ ਦੇ ਮਨ 'ਚ ਇਹ ਪਿਆ ਗਾ ਕਿ ਮਾਰ ਨਹੀਂ ਖਾਣੀ ਹੁਣ। ਜੇ ਕੁਛ ਵੀ ਜਿਹਾ ਹੁਣ ਮਤਲਬ ਉਦੋਂ ਮੈਂਟਲੀ ਪ੍ਰਪੇਅਰ ਹੋ ਗਏ ਹੋ ਉਸ ਲੜਾਈ ਤੋਂ ਬਾਅਦ? ਪ੍ਰਿਪੇਅਰ ਨਹੀਂ ਹੋ ਗਏ। ਇੱਕ ਸਾਈਕੀ 'ਚ ਆ ਗਈ ਨਾ ਕਿ ਸਾਡੇ ਨਾਲ ਤਾਂ ਬੜੀ ਬੇਇਨਸਾਫੀ ਹੋਈ। ਜੋ ਕੁਛ ਵੀ ਹੋਇਆ, ਚਾਹੇ ਜੋ ਸੰਤ ਨੇ ਕੀਤਾ ਅੰਦਰ, ਉਹਦੀ ਅਲੱਗ ਨੈਰੇਟਿਵ ਹੈ। ਜੋ ਬਾਹਰ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਰਵਾਇਆ, ਉਹ ਅਲੱਗ ਨੈਰੇਟਿਵ ਹੈ। ਪਰ ਬਾਏ ਐਂਡ ਲਾਰਜ ਸਾਰੇ ਹਿੰਦੁਸਤਾਨ ਦੇ ਸਿੱਖ ਜਿੱਥੇ ਜਿੱਥੇ ਮਾਰ ਪਈ ਸਿੱਖਾਂ ਨੂੰ, ਮਾਰੇ ਗਏ ਸਿੱਖ, ਉਹ ਤਾਂ ਉਹਨਾਂ ਦਾ ਤਾਂ ਕੋਈ ਰੋਲ ਨਹੀਂ ਸੀ ਨਾ ਇਸ ਚੀਜ਼। ਔਰ ਇਸ ਤੋਂ ਪਹਿਲੇ ਵੀ ਤੁਹਾਨੂੰ ਯਾਦ ਹੋਊ ਜਦ 82 ਜਦ ਇੱਥੇ ਏਸ਼ੀਅਨ ਗੇਮਸ ਹੋ ਰਹੀਆਂ ਸੀ, ਉਦੋਂ ਵੀ ਤਾਂ ਕਾਰਾਂ ਕੂਰਾ ਰੋਕੀਆਂ ਗਈਆਂ ਨੇ ਇੱਥੇ ਬਾਰਡਰ ਤੇ। ਉਹਨਾਂ 'ਚ ਕਈ ਜਰਨੈਲ ਵੀ ਸੀ ਜਿਹੜੇ। ਫਿਰ ਇਸ ਨਾਲ ਇੱਕ ਕਿਸਮ ਦਾ ਫਿਰ ਉਹ ਹੋ ਜਾਂਦੀ ਹੈ ਨਾ ਕਿ ਸਾਡੇ ਨਾਲ ਉਹੀ ਬੇਇਨਸਾਫੀ ਹੋ ਰਹੀ ਹੈ ਜਾਂ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਤਾਂ ਹੀ ਤਾਂ ਸਿੱਖ ਕਹਿੰਦਾ ਫਿਰ ਅਸੀਂ ਸਿੱਖ ਹੀ ਹਾਂ। ਇਹ ਸਾਈਕੀ ਵਾਲੀ ਗੱਲ ਥੋੜੀ ਜਿਹੀ ਤੁਹਾਨੂੰ ਕੀ ਲੱਗਦਾ ਗਾ, ਜਿਹੜਾ ਤੁਸੀਂ ਕਹਿ ਰਹੇ ਹੋ ਸਾਈਕੀ 'ਚ ਬੈਠ ਗਈ ਇਹ ਗੱਲ? ਇਹ ਗੱਲ ਦੇਖੋ ਬੈਠ ਗਈ ਹੈ। ਬਹੁਤ ਸਾਰੇ ਸਿੱਖ ਇਸ ਦੀ ਗੱਲ ਨਹੀਂ ਕਰਦੇ 84 ਦੀ। ਪਰ ਅੰਦਰ ਦੇਖੋ ਤਾਂ ਜੇ ਟਟੋਲੋ ਤਾਂ ਫਿਰ ਲੱਗਦਾ ਹੈ ਕਿ ਕੁਛ ਲੋग ਨਹੀਂ ਭੁੱਲ ਸਕਦੇ ਇਸ ਨੂੰ। ਔਰ ਇसी ਕਰਕੇ ਕੁਛ ਸਿੱਖਾਂ 'ਚ, ਮੈਜੋਰਿਟੀ ਨਹੀਂ ਪਰ ਕੁਛ ਸਿੱਖਾਂ 'ਚ ਕਾਂਗਰਸ ਵਾਸਤੇ ਉਦੋਂ ਦੀ ਇੱਕ ਨਫ਼ਰਤ ਵੀ ਹੈ। ਇਹ ਵੀ ਤੁਸੀਂ ਜਾਣਦੇ ਹੋ। ਉਹ ਵੀ ਨਹੀਂ ਨਿਕਲਦੀ। ਸੋ ਹੁਣ ਮਹਾਰਾਜ ਸਾਹਿਬ ਨੇ ਸਰਕਾਰ ਚਲਾਈ ਪੰਜਾਬ 'ਚ, ਉਹਦਾ ਇੱਕ ਤਰ੍ਹਾਂ ਮੈਂ ਸਮਝਦਾ ਪੰਜਾਬ ਨੂੰ ਫਾਇਦਾ ਹੋਇਆ, ਕਾਂਗਰਸ ਨੂੰ ਫਾਇਦਾ ਹੋਇਆ, ਸਿੱਖਾਂ ਨੂੰ ਵੀ ਫਾਇਦਾ ਹੋਇਆ। ਉਹ ਹੁਣ ਐਤਕੀ ਕਾਂਗਰਸ ਰਹਿ ਗਈ। ਸੋ ਕਾਂਗਰਸ ਜੇ ਪਾਵਰ 'ਚ ਰਵੇ ਤਾਂ ਇੱਕ ਤਰ੍ਹਾਂ ਉਹਦੇ ਨਾਲ ਵੀ ਰਿਕਨਸੀਲੀਏਸ਼ਨ ਹੁੰਦੀ ਹੈ। ਪਰ ਜੇ ਕਾਂਗਰਸ ਹੀ ਟੁੱਟ ਭੱਜ ਗਈ ਤਾਂ ਫਿਰ ਕੀ ਰਹਿਣਾ? ਤੁਹਾਨੂੰ ਲੱਗਦਾ ਕਦੇ ਜਿਹੜਾ ਤੁਸੀਂ ਜਿਵੇਂ ਕਲੋਜ਼ਰ ਤੁਸੀਂ ਕਹਿ ਰਹੇ ਹੋ, ਇਹ ਦੇਖੋ ਮੈਂ ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ, ਇਹ ਮੋਦੀ ਜੀ ਵੀ ਕਰ ਸਕਦੇ ਆ। ਮੋਦੀ ਜੀ ਵੀ ਕਰ ਸਕਦੇ। ਜੋ ਮੈਂ ਗੱਲ ਕਾਂਗਰਸ ਦੀ ਕਹਿ ਰਿਹਾ ਉਹ ਮੋਦੀ ਜੀ ਵੀ ਕਰ ਸਕਦੇ। ਪਰ ਉਹ ਦਿਲ ਵੱਡਾ ਹੋਣਾ ਚਾਹੀਦਾ। ਵੱਡਾ ਦਿਲ ਕਰਕੇ ਜਾਓ ਅੰਮ੍ਰਿਤਸਰ। ਜਿਹੜੀ ਮਾਰ ਪੈਣ ਵਾਲੀ ਗੱਲ ਤੁਸੀਂ ਮੇਰੇ ਯਾਦ ਆ, ਆਪਾਂ ਕਿਸਾਨ ਅੰਦੋਲਨ ਦੇ ਟਾਈਮ ਇੱਕ ਇੰਟਰਵਿਊ ਕੀਤਾ, ਤੁਸੀਂ ਕਿਹਾ ਕਿਸਾਨ ਇਸ ਵਾਰ ਪੰਜਾਬ ਕੁੱਟ ਨਹੀਂ ਖਾਂਦਾ ਹੁਣ। ਨਹੀਂ ਖਾਂਦਾ। ਉਹੀ ਗੱਲ ਤੁਸੀਂ 84 ਦੇ ਸੰਦਰਭ ਵਿੱਚ ਓਵਰਆਲ ਵੀ ਕਹਿ ਰਹੇ ਹੋਗੇ। ਮੋਦੀ ਹੋਰਾਂ ਨੇ ਮਾਫੀ ਵੀ ਮੰਗ ਲਈ। ਮੈਂ ਉਹੀ ਗੱਲ ਕਹਿ ਰਿਹਾ, ਤਕਰੀਬਨ ਉਹੀ ਗੱਲ ਹੈ। ਔਰ ਉਦੋਂ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਹੁਣ ਕਿਸਾਨ ਹਟਣ ਵਾਲਾ ਹੈ ਨਹੀਂ। ਹੁਣ ਜੇ ਇੱਕ ਵਾਰੀ ਡਟ ਕੇ ਬੈਠ ਗਿਆ ਤਾਂ ਫਿਰ ਇਹ ਬੈਠਾ ਰਹੋ। ਪੰਜਾਬੀ ਹੈ ਨਾ, ਇਹਨੇ ਨਹੀਂ ਹਿੱਲਣਾ। ਸੋ ਉਸ ਲੈਵਲ ਤੱਕ ਜਾਂ ਉਸ ਹਾਲਾਤ, ਉੱਥੇ ਹਾਲਾਤ ਉਸ ਤਰ੍ਹਾਂ ਦੇ ਹਾਲਾਤ ਕਦੇ ਹੋਣੇ ਹੀ ਨਹੀਂ ਚਾਹੀਦੇ। ਫਿਰ ਜਿੱਥੇ ਫਿਰ ਸਰਦਾਰ ਖੁੰਦਕ ਖਾ ਜਾਏ। ਚੰਗੀ ਭਲੀ ਸਟੇਟ ਹੈ ਪੰਜਾਬ ਸਾਡੀ, ਪ੍ਰੋਸਪਰਸ ਰਹੀ ਹੈ। ਇਹਨੂੰ ਅੱਗੇ ਚਲਾਉਣ ਦਾ ਕੋਈ ਬੰਦੋਬਸਤ ਕਰੇ, ਜੋ ਵੀ ਹੋਵੇ, ਚਾਹੇ ਭਗਵੰਤ ਮਾਨ ਹੀ ਕਰੇ। ਸੈਂਟਰ ਵੱਲੋਂ ਇੱਕ ਹੀਲਿੰਗ ਟੱਚ ਦੇਣ ਦੀ ਲੋੜ ਆ ਗਈ। ਹਮੇਸ਼ਾ ਮਾਈਨੋਰਿਟੀਜ਼ ਨੂੰ ਤਾਂ ਹਮੇਸ਼ਾ ਹੀ ਹੀਲਿੰਗ ਟੱਚ ਦੇਣੀ ਚਾਹੀਦੀ। ਔਰ ਗੱਲਬਾਤ ਨਹੀਂ ਖਤਮ ਹੋਣੀ ਚਾਹੀਦੀ। ਮੈਂ ਫਿਰ ਉਸ ਗੱਲ 'ਤੇ ਆ ਜਾਂਦਾ। ਮੈਨੂੰ ਸਰਦਾਰ ਸਵਰਨ ਸਿੰਘ ਦੇ ਉਹ ਕਈ ਵਾਰੀ ਟਾਕਸ ਹੋਈਆਂ, ਫਿਰ ਰਹਿ ਗਈਆਂ। ਟਾਕਸ ਨਹੀਂ ਮੁੱਕਣੀਆਂ ਚਾਹੀਦੀਆਂ। ਗੱਲ ਕਰਨ 'ਚ ਕੀ ਹਰਜ ਹੈ? ਗੱਲ ਕਰਨ 'ਚ ਕੀ ਜਾਂਦਾ ਤੁਹਾਡਾ? ਗੱਲ ਕਰੋ। ਜੇ ਪੰਥ ਨਾਲ ਕਰਨੀ ਪੰਥ ਨਾਲ ਕਰੋ, ਅਕਾਲੀਆਂ ਨਾਲ ਕਰਨੀ ਹੈ ਅਕਾਲੀਆਂ ਨਾਲ ਕਰੋ। ਇਹੀ ਕਸ਼ਮੀਰ ਦਾ ਹਾਲ ਹੈ। ਕਸ਼ਮੀਰ 'ਚ ਤੇ ਹੋਰ ਵੀ ਜ਼ਿਆਦਾ ਸਖਤੀ ਹੋਈ ਹੈ ਉਦੋਂ ਬਾਅਦ। ਹੁਣ ਹੋਈ ਹੈ ਸਖਤੀ, ਕਈ ਵਾਰ ਸਖਤੀ ਕਰਨੀ ਪੈਂਦੀ ਹੈ। ਗਿੱਲ ਸਾਹਿਬ ਨੇ ਵੀ ਕੀਤੀ ਔਰ ਕੁਛ
हद तक कामयाब भी रहे। फिर वो ब्लैक थंडर वगैरह होया। वो ब्लैक थंडर जद होया उदों ये आर्गूमेंट शुरू होए सी ना कि जे ये कीता जांदा ब्लू स्टार ਦੀ ਬਜਾਏ ਤਾਂ ਸ਼ਾਇਦ ਬਲੂ ਸਟਾਰ ਦੀ ਲੋੜ ਨਾ ਪੈਂਦੀ। ਤੁਸੀਂ ਪੁੱਛਦੇ ਸੀ ਨਾ ਕਿ ਜ਼ਰੂਰ, ਤਾਂ ਗਿੱਲ ਸਾਹਿਬ ਨੇ ਦਿਖਾਇਆ ਕਿ ਨਹੀਂ। ब्लैक थंडर ठीक है, ਅਸੀਂ ਸੰਭਾਲ ਲਾਂਗੇ। पानी बिजली खाना सब बंद कर दो अंदर जान। फिर जिन्हों कुटना होएगा कुटांगे। जे साढ़े सिपाहियों के रिश्तेदार मारे जा रहे तो उन्होंने भी रिश्तेदार मारांगे। पर पोलिटिकल मसलियां दा हल पोलिटिकल नहीं होना चाहिए? बिल्कुल होना चाहिए। मैं तो तुहानू एक मिसाल दे रहा क्योंकि तुसीं कह रहे सख्ती, कई बार होंदी है सख्ती, पर सख्ती अल्टीमेटली सख्ती नाल कोई गल बनती नहीं है। गलबात बहुत जरूरी है। हुण साडे हिंदुस्तान पाकिस्तान की गल नहीं होंदी। मैं समझना एक ना एक दिन वो भी जरूरी होएगी, चीन नाल जरूरी होएगी। बाकी नाल तो साडे हुण संबंध चंगे। हुण मोदी जी जा रहे हैं, मेरे ख्याल है कुछ ना कुछ निकलना चाहिए। तो पोलिटिकल मसले का हल पोलिटिकल ही होना चाहिए। बिल्कुल बिल्कुल, होर कोई हल नहीं है। पर पोलिटिकल मसलियां का हल तो असीं देख रहे हैं कांग्रेस तो बीजेपी तक एडमिनिस्ट्रेटिव कढ़िया जांदा। पुलिस की हैगी, एजेंसियां की नहीं है ना, एडमिनिस्ट्रेटिव हल ही है ना, ਇਹਦੇ ਨਾਲ हल नहीं। अप्रोच तो ही रही है ना हमेशा, अप्रोच तो एडमिनिस्ट्रेटिव भी रही है ना। एडमिनिस्ट्रेटिव तो खैर रहनी है। पॉलिटिशियन थोड़े ही थाने नूं संभालता है, वो तो थानेदार ही है ना। पर गल ये है जिथे मसला फस जाए, जिथे कोई प्रॉब्लम खड़ी हो जाए, वो गलबात नाल ज़्यादा चांस है उसका हल होने का। डंडे नाल कम है, क्योंकि तुसीं दो नूं मार लोगे, चार नूं मार लोगे, चार होर खड़े हो जाते हैं। ये मिलिटेंसी इस चीज़ ते तो चलती है कि तुसीं दो मारे दो खड़े हो गए, चार मारे चार होर खड़े हो गए। सो जी गल कर लो, जिन्हों मारना उन्होंने मारो, पर यह तो ना कहो कि ऐसी गल करनी ही नहीं है। पर ये डोवाल साहब की डॉक्टराइन है ना। डोवाल साहब की डॉक्टराइन भी जी तुसीं कहंदे हो, वो भी मैं समझना कुछ मिसइंटरप्रेटेड है। मैं डोवाल साहब नूं चंगी तरह जानना, वो कभी भी गलबात के खिलाफ नहीं होएगा अंदरों दिलों। ਉਹਦੀਆਂ ਮਜਬੂਰੀਆਂ ਹੋਣ ਹੋਰ ਗੱਲ है, वो समझदा है, समझदार आदमी। और कद होणगी किहदे नाल होएगी, मैं तो मनदा हो रही होणीਆਂ ਗੱਲਾਂ। धन्यवाद सर, बहुत बहुत धन्यवाद तुहाडा। धन्यवाद तुहाडा यादविंदर जी, बहुत धन्यवाद। जद भी मिलते हो बड़ा कुछ याद करवाते हो। बहुत धन्यवाद।